ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 162 ਤੇ ਹੇਠੋਂ ਤੀਸਰੀ ਪੰਕਤੀ ਹੈ। ਗੌੜੀ ਬੈਰਾਗਣ ਮਹਿਲਾ ਤੀਜਾ। ਰਾਗ ਦਾ ਨਾਮ ਹੈ ਗੌੜੀ ਬੈਰਾਗਣ, ਮਹਿਲਾ ਤੀਜਾ ਦਾ ਮਤਲਬ ਤੀਸਰੇ ਪਾਤਸ਼ਾਹ ਦੀ ਬਾਣੀ। ਪਈ ਅੜੈ ਦਿਨ ਚਾਰ ਹੈ, ਹਰ ਹਰ ਲਿਖ ਪਾਇਆ। ਸੋਭਾਵੰਤੀ ਨਾਰ ਹੈ, ਗੁਰਮੁਖ ਗੁਣ ਗਾਇਆ। ਪੇਵ ਕੜੈ ਗੁਣ ਸੰਭਲੈ, ਸਹਰੈ ਵਾਸ ਪਾਇਆ। ਗੁਰਮੁਖ ਸਹਿਜ ਸਮਾਣੀਆਂ, ਹਰ ਹਰ ਮਨ ਪਾਇਆ। ਤੀਸਰੇ ਪਾਤਸ਼ਾਹ ਯਾਦ ਕਰਨ ਪੇਈੜੈ ਪੇਕੇ ਕਰ ਚ, ਭਾਵ ਇਸ ਮਾਤ ਲੋਕ ਚ। ਪੇਕੇ ਕਰ ਚ ਹੈ ਬੀਬੀ ਤੂੰ 4 ਦਿਨ ਰਹਿਣਾ, ਭਾਵ ਥੋੜ੍ਹੇ ਦਿਨ ਰਹਿਣਾ। ਹਰ ਹਰ ਲਿਖ ਪਾਇਆ, ਪਰਮਾਤਮਾ ਨੇ ਲਿਖ ਕੇ ਤੇਰੇ ਭਾਗਾਂ 'ਚ ਪਾਤਾ ਵੀ ਥੋੜ੍ਹੇ ਦਿਨ ਹੀ ਤੂੰ ਇੱਥੇ ਰਹਿਣਾ। ਸੋਭਾਵੰਤੀ ਨਾਰ ਹੈ, ਗੁਰਮੁਖ ਗੁਣ ਗਾਇਆ। ਉਹ ਨਾਰ ਸੋਭਾਵੰਤੀ ਹੈ ਜਿਸ ਨੇ ਗੁਰੂ ਦੇ ਆਖੇ ਲੱਗ ਕੇ ਗੁਣ ਗਾਇਆ, ਰੱਬ ਦੇ ਗੁਣ ਗਾਏ। ਕਿ ਉਹਨੂੰ ਯਾਦ ਹੈ ਵੀ ਮੈਂ ਥੋੜ੍ਹੇ ਦਿਨ ਇਸ ਸੰਸਾਰ 'ਚ ਰਹਿਣਾ, ਇਸ ਲਈ ਉਹ ਨਾਮ ਜਪਦੀ ਹੈ। ਪੇਵ ਕੜੈ ਗੁਣ ਸੰਭਲੈ, ਸਹਰੈ ਵਾਸ ਪਾਏ। ਸੰਭਲੈ ਹੁੰਦਾ ਯਾਦ ਕਰਨਾ, ਪੇਵ ਕੜੈ ਮੈਨੇ ਪੇਕੇ, ਭਾਵ ਇਸ ਮਾਤ ਲੋਕ ਜੀਵਨ 'ਚ ਜਿਹੜੀ ਪੇਕੇ ਰਹਿੰਦੇ ਹੋਏ ਆ, ਭਾਵ ਇਸ ਮਨੁੱਖਾ ਜੀਵਨ 'ਚ ਰਹਿੰਦੇ ਹੋਏ ਪਰਮਾਤਮਾ ਦੇ ਗੁਣਾਂ ਨੂੰ ਯਾਦ ਕਰਦੀ ਰਹਿੰਦੀ ਹੈ। ਸਹਰੈ ਵਾਸ ਪਾਇਆ, ਉਹਨੂੰ ਪਰਮਾਤਮਾ ਦੇ ਘਰ ਜਾ ਕੇ ਵਾਸਾ ਮਿਲ ਜਾਂਦਾ, ਰਹਿਣ ਨੂੰ ਥਾਂ ਮਿਲ ਜਾਂਦੀ। ਨਹੀਂ ਤਾਂ ਉਹ ਕਦੇ ਦੌੜ ਜਾ ਤੂੰ ਨਾਮ ਨਹੀਂ ਜਪ ਕੇ ਆਈ। ਸੋ ਅਸੀਂ ਸੱਚਖੰਡ ਵਿੱਚ ਤਾਂ ਹੀ ਰਹਿ ਸਕਦੇ ਹਾਂ ਜੇ ਅਸੀਂ ਮਾਤ ਲੋਕ ਪਰਮਾਤਮਾ ਦੇ ਗੁਣ ਗਾਏ ਹੋਏ ਹੋਣ। ਕਿਉਂਕਿ ਪਰਮਾਤਮਾ ਨੇ ਸਾਨੂੰ ਗੁਣ ਗਾਉਣ ਲਈ ਹੀ ਭੇਜਿਆ। ਜਾਂ ਤਾਂ ਮਨੁੱਖ ਜਾਣ ਕੇ ਨਹੀਂ ਗਾਉਂਦਾ, ਇਹਨੂੰ ਪਤਾ ਸੋਝੀ ਆ ਗਈ, ਸਤਸੰਗ 'ਚ ਆ ਕੇ ਸੋਝੀ ਆ ਗਈ, ਜਾਂ ਇਹ ਫਿਰ ਜਾਣ ਬੁੱਝ ਕੇ ਨਹੀਂ ਕਰਦਾ। ਸੋ ਸਹੁਰੇ ਘਰ 'ਚ ਅੱਗੇ ਜਾ ਕੇ ਪਰਲੋਕ 'ਚ ਜਾ ਕੇ ਪਰਮਾਤਮਾ ਦੇ ਦਰ 'ਤੇ ਜਾ ਕੇ ਉਸ ਜੀਵ ਇਸਤਰੀ ਨੂੰ ਹੀ ਵਾਸਾ ਮਿਲਣਾ ਜਿਹੜੀ ਪੇਕੇ ਇਸ ਜੀਵਨ ਦੇ ਵਿੱਚ ਪਰਮਾਤਮਾ ਦੇ ਗੁਣ ਗਾਉਂਦੀ ਹੈ। ਗੁਰਮੁਖ ਸਹਿਜ ਸਮਾਣੀਆਂ, ਹਰ ਹਰ ਮਨ ਪਾਇਆ। ਜਿਨ੍ਹਾਂ ਦੇ ਮਨ ਨੂੰ ਪਰਮਾਤਮਾ ਚੰਗਾ ਲੱਗਦਾ, ਹਰ ਹਰ ਮਨ ਪਾਇਆ। ਪਾਇਆ ਮੈਨੂੰ ਚੰਗਾ ਲੱਗਣਾ। ਜਿਨ੍ਹਾਂ ਦੇ ਮਨ ਨੂੰ ਪਰਮਾਤਮਾ ਚੰਗਾ ਲੱਗਦਾ ਹੈ, ਗੁਰਮੁਖ ਸਹਿਜ ਸਮਾਣੀਆਂ, ਉਹ ਗੁਰੂ ਦੇ ਰਾਹੀਂ ਸਹਿਜ ਅਵਸਥਾ ਦੇ ਵਿੱਚ ਲੀਨ ਹੋ ਜਾਂਦੀ। ਸਹਿਜ ਅਵਸਥਾ ਹੁੰਦੀ ਬ੍ਰਹਮ ਗਿਆਨ ਦੀ ਅਵਸਥਾ, ਜਿੱਥੇ ਮਨ ਜਾ ਕੇ ਅਡੋਲ ਹੋ ਜਾਂਦਾ ਹੈ। ਹੁਣ ਤੇ ਮਨ ਡੋਲਦਾ ਰਹਿੰਦਾ ਹੈ। ਬ੍ਰਹਮ ਗਿਆਨ ਦੀ ਅਵਸਥਾ 'ਤੇ ਜਾ ਕੇ ਮਨ ਅਡੋਲ ਹੋ ਜਾਂਦਾ ਹੈ। ਦੁੱਖ ਆਓ, ਸੁੱਖ ਆਓ, ਖੁਸ਼ੀ ਆਓ, ਗਮੀ ਆਓ, ਅਮੀਰੀ ਆਓ, ਗਰੀਬੀ ਆਓ, ਉਹਦਾ ਮਨ ਡੋਲਦਾ ਨਹੀਂ। ਕਿਉਂਕਿ ਉਹਨੂੰ ਗਿਆਨ ਹੋ ਜਾਂਦਾ ਕਿ ਜੋ ਕੁਛ ਮੇਰੇ ਨਾਲ ਵਾਪਰ ਰਿਹਾ ਹੈ ਇਹ ਤਾਂ ਪਰਮਾਤਮਾ ਦੇ ਹੁਕਮ ਨਾਲ ਵਾਪਰ ਰਿਹਾ ਹੈ, ਅਤੇ ਜੇ ਉਹਦੇ ਹੁਕਮ ਨਾਲ ਵਾਪਰ ਰਿਹਾ ਫਿਰ ਮੈਂ ਇੱਥੇ ਕੀ ਕਰ ਸਕਦਾ। ਇਸ ਲਈ ਅਡੋਲ ਰਹਿੰਦਾ। ਉਹਨਾਂ ਲੋਕਾਂ ਨੇ ਜਿੰਨੀ ਬਾਣੀ 'ਚ ਲਿਖਿਆ, ਜੇ ਦੁੱਖ ਦੇ ਤਾਂ ਤੁਝੇ ਅਰਾਧੀ, ਸੁੱਖ ਪੀ ਤੁਝੇ ਧਿਆਈ। ਹੇ ਪਰਮਾਤਮਾ, ਜੇ ਦੁੱਖ ਦੇਵੇਂਗਾ ਤਾਂ ਵੀ ਤੇਰਾ ਸਿਮਰਨ ਕਰਾਂਗਾ, ਸੁੱਖ ਦੇਵੇਂਗਾ ਤਾਂ ਵੀ ਤੇਰਾ ਸਿਮਰਨ ਕਰਾਂਗਾ। ਇਸ ਲਈ ਉਹ ਗੁਰੂ ਦੇ ਰਾਹੀਂ ਸਹਿਜ ਅਵਸਥਾ 'ਚ ਲੀਨ ਹੋ ਜਾਂਦੀ। ਕਿਉਂ?
ਗੁਰੂ ਦੇ ਰਾਹੀਂ ਫਿਰ ਉਹਨੂੰ ਪਰਮਾਤਮਾ ਮਨ 'ਚ ਚੰਗਾ ਲੱਗਦਾ ਹੈ। ਸਸੁਰੈ ਪਈਏ ਫਿਰ ਵਸੈ, ਕਹੋ ਕਿਤ ਬਿਧ ਪਾਈਏ। ਸਹੁਰੇ ਘਰ 'ਚ ਵੀ ਅਤੇ ਪੇਕੇ ਘਰ 'ਚ ਵੀ ਪ੍ਰਭੂ ਪਤੀ ਵਸਦਾ ਹੈ। ਕਹੋ ਕਿਤ ਬਿਧ ਪਾਈ, ਬਿਧ ਨੇ ਵਿਧੀ ਤਰੀਕਾ। ਦੱਸੋ ਉਸ ਪਿਰ ਨੂੰ, ਉਸ ਪ੍ਰਭੂ ਪਤੀ ਨੂੰ ਕਿਸ ਤਰੀਕੇ ਨਾਲ ਪਾਇਆ ਜਾ ਸਕਦਾ ਹੈ। ਆਪ ਨਿਰੰਜਨ ਅਲਖ ਹੈ, ਆਪੇ ਮਿਲਾਈਏ। ਪਰਮਾਤਮਾ ਨਿਰੰਜਨ ਹੈ। ਨਿਰੰਜਨ ਨਿਰਅੰਜਨ, ਮਾਇਆ ਤੋਂ ਨਿਰਲੇਪ। ਜਿਸ 'ਤੇ ਮਾਇਆ ਦਾ ਕੋਈ ਅਸਰ ਨਾ ਹੋਵੇ ਉਹਨੂੰ ਕਹਿੰਦੇ ਨਿਰੰਜਨ। ਉਹ ਨਿਰੰਜਨ ਹੈ, ਉਹ ਮਾਇਆ ਤੋਂ ਨਿਰਲੇਪ ਹੈ, ਅਲਖ ਹੈ, ਉਹ ਦਿਸਦਾ ਨਹੀਂ ਹੈ। ਆਪੇ ਮਿਲਾਈਏ, ਆਪ ਹੀ ਉਹ ਜੀਵ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਜਿਸ ਜੀਵ ਨੂੰ ਉਹਨੇ ਆਪਣੇ ਨਾਲ ਮਿਲਾਉਣਾ ਉਹਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਹੁਣ ਸਵਾਲ ਪੈਦਾ, ਮਿਲਾਉਂਦਾ ਕਿਵੇਂ ਹੈ? ਆਪੇ ਹੀ ਪ੍ਰਭ ਦੇ ਮਤ, ਹਰ ਨਾਮ ਧਿਆਈਏ। ਪਰਮਾਤਮਾ ਜੀਵ ਨੂੰ ਆਪੇ ਮਤ ਦਿੰਦਾ ਹੈ, ਫਿਰ ਜੀਵ ਪਰਮਾਤਮਾ ਦਾ ਨਾਮ ਜਪਦਾ ਹੈ। ਨਾਮ ਜਪਦਾ, ਉਹਦੇ ਨਾਲ ਮਿਲਣ ਦਾ ਸਾਧਨ ਤੇ ਪਰਮਾਤਮਾ ਦਾ ਨਾਮ ਹੀ ਹੈ। ਵਡ ਭਾਗੀ ਸਤਿਗੁਰ ਮਿਲੈ, ਮੁਖ ਅੰਮ੍ਰਿਤ ਪਾਈਏ। ਗੁਰੂ ਦਾ ਵੱਡੇ ਭਾਗਾਂ ਨਾਲ ਮਿਲਦਾ ਹੈ। ਜੇ ਵੱਡੇ ਭਾਗ ਹੋਣ ਕਹਿੰਦੇ ਫਿਰ ਗੁਰੂ ਮਿਲਦਾ। ਗੁਰੂ ਕੀ ਕਹਿੰਦੇ? ਮੁਖ ਅੰਮ੍ਰਿਤ ਪਾਈਏ। ਉਹ ਸਾਡੇ ਮੂੰਹ ਵਿੱਚ ਨਾਮ ਅੰਮ੍ਰਿਤ ਪਾ ਦਿੰਦਾ ਹੈ। ਅੰਮ੍ਰਿਤ ਕਿਹਨੂੰ ਕਹਿੰਦੇ ਨੇ? ਜਿਹੜਾ ਅਮਰ ਕਰ ਦੇਵੇ। ਉਹ ਚੀਜ਼ ਜਿਹੜੀ ਮਨੁੱਖ ਨੂੰ ਅਮਰ ਕਰ ਦੇਵੇ ਉਹਨੂੰ ਕਹਿੰਦੇ ਨੇ ਅੰਮ੍ਰਿਤ। ਅਤੇ ਗੁਰਬਾਣੀ ਕਹਿੰਦੇ ਪਰਮਾਤਮਾ ਦਾ ਨਾਮ ਹੀ ਅੰਮ੍ਰਿਤ ਹੈ। ਇਹੀ ਮਨੁੱਖ ਨੂੰ ਜਿਹੜਾ ਹੈ ਅਮਰ ਕਰਦਾ। ਇਸ ਲਈ ਗੁਰੂ ਮਹਾਰਾਜ ਫਿਰ ਉਹਦੇ ਮੂੰਹ 'ਚ ਨਾਮ ਰੂਪੀ ਅੰਮ੍ਰਿਤ ਪਾਉਂਦੇ ਨੇ। ਹਉਮੈ ਦੁਬਿਧਾ ਬਿਨ ਸੁਝਾਏ, ਸਹਿਜੇ ਸੁਖ ਸਮਾਈਏ। ਉਹਦੇ ਅੰਦਰ ਫਿਰ ਹਉਮੈ, ਦੁਬਿਧਾ, ਦੁਚਿਤਾਪਨ ਬਿਨ ਸੁਝਾਏ ਖਤਮ ਹੋ ਜਾਂਦੇ ਨੇ। ਹਉਮੈ ਖਤਮ ਹੋ ਜਾਂਦੀ ਹੈ, ਦੁਚਿਤਾਪਨ ਖਤਮ ਹੋ ਜਾਂਦਾ। ਸਹਿਜੇ ਸੁਖ ਸਮਾਈਏ, ਅਤੇ ਸਹਿਜੇ ਹੀ ਉਹ ਸੁੱਖ ਵਿੱਚ ਲੀਨ ਰਹਿੰਦਾ ਹੈ। ਸਹਿਜ ਹੀ ਉਹ ਸੁੱਖ ਦੇ ਵਿੱਚ ਲੀਨ ਰਹਿੰਦਾ। ਸਭ ਆਪੇ ਆਪ ਵਰਤਦਾ, ਆਪੇ ਨਾਏ ਲਾਈਏ। ਪਰਮਾਤਮਾ ਆਪ ਹੀ ਸਭ ਦੇ ਵਿੱਚ ਵਰਤ ਰਿਹਾ ਹੈ। ਆਪ ਹੀ ਜੀਵ ਨੂੰ ਨਾਮ ਦੇ ਨਾਲ ਜੋੜਦਾ ਹੈ। ਉਹਦੀ ਕਿਰਪਾ ਹੁੰਦੀ ਹੈ। ਤਾਂ ਕਿ ਜਿੱਤ ਜਿੱਤ ਲਾਵੋ ਤਿੱਤ ਤਿੱਤ ਲੱਗਣਾ। ਦੂਸਰੇ ਨੂੰ ਸਮਝਾਉਣਾ ਸਾਡਾ ਫਰਜ਼ ਹੈ, ਪਰ ਜੋ ਉਹਦੀ ਕਿਸਮਤ 'ਚ ਲਿਖਿਆ ਹੋਇਆ ਹੈ ਹੁਣ ਉਸੇ ਤਰ੍ਹਾਂ ਹੀ ਹੈ। ਹੁਣ ਉਸੇ ਤਰ੍ਹਾਂ ਕਿਸੇ ਦੇ ਭਾਗਾਂ 'ਚ ਵੱਧ ਪੜ੍ਹਾਈ ਲਿਖਦੀ ਹੈ, ਕਿਸੇ ਭਾਗਾਂ ਦਰਮਿਆਨੀ, ਕਿਸੇ ਘੱਟ, ਕਿਸੇ ਲਿਖੀ ਹੋਈ ਨਹੀਂ ਹੁੰਦੀ। ਲਾਓ ਜਿਹੜਾ ਜ਼ੋਰ ਲਾਉਣਾ ਲਾ ਲਓ। ਸਮਝਾਉਣਾ, ਹੁਣ ਜਿਵੇਂ ਅਸੀਂ ਸਕੂਲ ਟੀਚਰ ਸੀ, ਅਸੀਂ ਬੱਚੇ ਨੂੰ ਸਮਝਾਉਂਦੇ ਸੀ ਭਾਈ ਪੜ੍ਹ ਲਓ, ਇਹ ਤੁਹਾਡੇ ਕੰਮ ਆਊ ਪੜ੍ਹਾਈ, ਕਿਸੇ ਰੁਜ਼ਗਾਰ 'ਤੇ ਲੱਗ ਜਾਓਗੇ, ਨਹੀਂ ਤਾਂ ਧੱਕੇ ਧੋੜੇ ਜ਼ਿੰਦਗੀ ਖਾਈ ਜਾਓਗੇ। ਪਰ 10% ਐਸੇ ਵਿਦਿਆਰਥੀ ਹੁੰਦੇ ਸਨ ਜਿਹੜੇ ਨਹੀਂ ਸੀ ਮੰਨਦੇ ਟੀਚਰ ਦੀ, ਔਰ ਫੇਲ ਹੋ ਜਾਂਦੇ ਸਨ। ਉਹ ਟੀਚਰ ਹੈ, 40 ਵਿਦਿਆਰਥੀਆਂ ਨੂੰ ਪੜ੍ਹਾ ਰਿਹਾ, ਸਪੋਜ਼ ਕਰੋ। ਉਹਨਾਂ 40 'ਚੋਂ ਕਈ ਬਹੁਤ ਹੁਸ਼ਿਆਰ ਨੇ, ਕਈ ਘੱਟ ਹੁਸ਼ਿਆਰ ਨੇ, ਕਈ ਦਰਮਿਆਨੇ ਨੇ, ਕਈ ਕਮਜ਼ੋਰ ਨੇ, ਕਈ ਗਧੇ ਨੇ, ਨਖਿੱਧ ਨੇ। ਪੜ੍ਹਾਉਣ ਨਾਲ ਤਾਂ ਉਹੀ ਟੀਚਰ ਹੁੰਦੇ ਨੇ। ਹੁਣ ਪੜ੍ਹਨ ਵਾਲੇ 'ਤੇ ਉਹਦੀ ਕਿਸਮਤ ਹੈ।
ਜੇ ਉਹਦੇ ਭਾਗਾਂ 'ਚ ਪੜ੍ਹਾਈ ਲਿਖੀ ਹੋਈ ਹੈ, ਉਹਨੇ ਪੜ੍ਹ ਜਾਣਾ। ਇਹ ਆਪਾਂ ਇਹ ਗਰੀਬੀ ਤਾਂ ਇੱਕ ਬਹਾਨਾ ਹੁੰਦਾ। ਉਹ ਜੀ ਗਰੀਬ ਆਂ ਜੀ ਅਸੀਂ ਤਾਂ ਨਹੀਂ। ਰਾਜਸਥਾਨ 'ਚ ਕਿਸਾਨ 8 ਜਮਾਤਾਂ ਆ ਪੜ੍ਹਿਆ, ਘਰ ਵਾਲੀ ਅਨਪੜ੍ਹ ਹੈ, 4 ਕਿੱਲੇ ਕੁੱਲ ਜ਼ਮੀਨ ਹੈ, 5 ਲੜਕੀਆਂ ਨੇ, ਔਰ 5 ਦੀਆਂ 5 ਹੀ PCS ਅਫਸਰ ਨੇ। ਦੇਖੋ ਰਿਕਾਰਡ ਹੈ ਹਿੰਦੁਸਤਾਨ 'ਚ। 5 ਕੁੜੀਆਂ, ਮੁੰਡਾ ਕੋਈ ਨਹੀਂ, 5 ਕੁੜੀਆਂ, 5 ਦੀਆਂ 5 ਹੀ PCS ਅਫਸਰ ਨੇ। ਫਿਰ ਉਹਨੇ ਭਾਗਾ 'ਚ ਹੈ ਨਾ, ਗਰੀਬੀ ਕੋਈ ਰੁਕਾਵਟ ਨਹੀਂ ਬਣੀ। ਗਰੀਬੀ ਉਹਨਾਂ ਦੀ ਕਿਸਮਤ 'ਚ ਕੋਈ ਰੁਕਾਵਟ ਨਹੀਂ ਬਣੀ। ਕਿਸਮਤ ਮਿਹਨਤ ਕਰਨਾ ਇਹ ਸਾਡਾ ਫਰਜ਼ ਹੈ, ਪਰ ਕਿਸਮਤ ਵੀ ਬੜੀ ਵੱਡੀ ਚੀਜ਼ ਹੁੰਦੀ। 10 ਬੰਦੇ ਇੰਟਰਵਿਊ 'ਤੇ ਗਏ ਨੇ, ਪੋਸਟ ਇੱਕੋ ਹੀ ਹੈ, ਗਏ 10। ਹੁਣ ਸਲਾਈਡ 'ਤੇ ਇੱਕ ਨਹੀਂ ਹੋਣੇ ਹੈਣ, 10 ਇੰਟੈਲੀਜੈਂਟ ਬਹੁਤ ਵਧੀਆ ਨੰਬਰ ਨੇ, ਪਰ ਜਿਹਦੀ ਕਿਸਮਤ 'ਚ ਉਹ ਪੋਸਟ ਲਿਖੀ ਹੋਈ ਹੈ ਉਹ ਨਹੀਂ ਸਿਲੈਕਟ ਹੋਣਾ, ਮਤਲਬ ਬਾਕੀ ਨੌਨ ਰਿਜੈਕਟ ਹੋ ਜਾਣਾ। ਜਿਵੇਂ 67 'ਚ ਮੈਨੂੰ ਜੋਤਸ਼ੀ ਕਹਿੰਦਾ, ਮੈਂ ਉਦੋਂ ਹਰਿਆਣੇ 'ਚ ਸੀ, कहता हूँ 78 'ਚ ਸਰਕਾਰੀ ਨੌਕਰੀ ਮਿਲੇਗੀ, अब पंजाब 'ਚ ਮਿਲੇਗੀ, ਹਰਿਆਣੇ 'ਚ ਨਹੀਂ ਮਿਲੇਗੀ। 71 ਦੇ ਵਿੱਚ ਹਰਿਆਣੇ 'ਚ ਪੋਸਟਾਂ ਨਿਕਲੀਆਂ, ਮੈਂ ਅਪਲਾਈ ਕਰਤਾ। 90 ਬੰਦੇ ਅਸੀਂ ਗਏ, 90  'ਚ ਸਭ ਤੋਂ ਵੱਧ ਪੜ੍ਹਿਆ ਹੋਇਆ ਸੀ ਮੈਂ, ਅਤੇ ਮੇਰਾ ਲੰਮਾ ਤਜਰਬਾ ਸੀ ਖਾਲਸਾ ਸਕੂਲਾਂ ਦਾ। ਉਸ ਵੇਲੇ ਬੰਸੀ ਲਾਲ ਮੁੱਖ ਮੰਤਰੀ ਬਣ ਗਿਆ। ਹਰਿਆਣਾ ਪੰਜਾਬ ਬਣੇ ਹੋਣ ਕਰਕੇ ਇਹ ਲੋਕ ਸਿੱਖਾਂ ਨੂੰ ਨਫ਼ਰਤ ਕਰਨ ਲੱਗ ਪਏ। ਬੰਸੀ ਲਾਲ ਨੇ ਚੇਅਰਮੈਨ ਨੂੰ ਆਰਡਰ ਕਰਤਾ ਵੀ ਇੱਕ ਵੀ ਸਿੱਖ ਸਿਲੈਕਟ ਨਹੀਂ ਕਰਨਾ। ਚਲੋ ਜੀ, ਪਰ ਮੈਂ ਚੱਲ ਦੇਖੀ ਤਾਂ ਸਹੀ, ਇੰਟਰਵਿਊ 'ਤੇ ਜਾਣਾ ਚਾਹੀਦਾ। ਇੰਟਰਵਿਊ ਦੇਖੋ ਮੇਰੀ ਕੀ ਹੋਈ। ਤੁਹਾਡਾ ਕੀ ਨਾਂ ਹੈ ਜੀ? ਮੈਂ ਜੈਮਲ ਸਿੰਘ ਹੈ ਜੀ। ਪਿਤਾ ਦਾ ਕੀ ਨਾਂ? ਮੈਂ ਖਜ਼ਾਨ ਸਿੰਘ ਹੈ। ਕਿਹੜਾ ਪਿੰਡ ਹੈ? ਮੈਂ ਫਲਾਣਾ ਹੈ ਜੀ। ਤੁਸੀਂ ਜਾ ਸਕਦੇ ਹੋ। ਇਹ ਇੰਟਰਵਿਊ ਹੋ ਗਈ। ਮੈਂ ਪਿਤਾ ਜੀ ਨੂੰ ਕਿਹਾ ਇਹ ਨਹੀਂ ਮੈਨੂੰ ਸਿਲੈਕਟ ਕਰਦਾ। ਇਹਨਾਂ ਤੋਂ ਕੋਈ ਗੱਲ ਹੀ ਨਹੀਂ ਪੁੱਛੀ। ਇਹ ਤਾਂ ਪਹਿਲਾਂ ਹੀ ਉੱਥੇ ਜਿਹੜਾ ਮੈਂ ਫਾਰਮ ਭਰਿਆ ਇਹ ਗੱਲਾਂ ਤਾਂ ਅਸੀਂ ਪਹਿਲਾਂ ਲਿਖੀਆਂ ਹੋਈਆਂ ਨੇ। ਇਸੇ ਐਡਰੈਸ 'ਤੇ ਉਹਨਾਂ ਨੇ ਮੈਨੂੰ ਚਿੱਠੀ ਸੱਦਿਆ। ਫਿਰ 76 'ਚ ਜਾ ਕੇ ਪੋਸਟਾਂ ਜਿਹੜੇ ਪੰਜਾਬ 'ਚ, ਫਿਰ ਉੱਥੇ ਸਿਲੈਕਟ ਹੋਇਆ। ਜੋ ਅਸੀਂ ਪਹਿਲਾਂ ਤੁਸੀਂ ਕਹਿੰਦਾ ਪੰਜਾਬ 'ਚ ਸਿਲੈਕਟ ਹੋਵੇਗਾ, ਹਰਿਆਣੇ ਸਿਲੈਕਟ ਨਹੀਂ ਹੁੰਦੇ, ਨਹੀਂ ਹੋਇਆ, ਪੰਜਾਬ 'ਚ ਹੋਇਆ। ਇਸ ਤਰ੍ਹਾਂ ਕਿਸਮਤ ਵੀ ਬੜੀ ਚੀਜ਼ ਹੁੰਦੀ ਹੈ। ਅਸੀਂ ਕਿਹੋ ਜਿਹੇ ਮਗਰ ਕਰਮ ਕੀਤੇ ਉਹਦੇ ਅਨੁਸਾਰ ਸਾਡੀ ਕਿਸਮਤ ਬਣ ਗਈ। ਕਿਸਮਤ ਜੇ ਤੇਜ਼ ਹੋਵੇ, ਦਿਨੋਂ ਦਿਨ ਬੰਦਾ ਤਰੱਕੀ ਕਰਦਾ ਜਾਂਦਾ। ਕਿਸਮਤ ਤੇਜ਼ ਹੈ, ਮਿੱਟੀ ਨੂੰ ਹੱਥ ਪਾਉਂਦਾ ਸੋਨਾ ਹੋ ਜਾਂਦੀ। ਜੇ ਮਾੜੀ ਕਿਸਮਤ ਹੋਵੇ, ਸੋਨੇ ਨੂੰ ਹੱਥ ਪਾ ਮਿੱਟੀ ਹੋ ਜਾਂਦੀ। 4-5 ਸਾਲ ਪਹਿਲਾਂ ਮੇਰੇ ਕੋਲ ਨੌਜਵਾਨ ਖੁੱਲ੍ਹੇ ਪਰ ਦਾੜੇ ਵਾਲਾ ਸਰਦਾਰ ਮੁੰਡਾ ਆਇਆ। ਕਹਿੰਦੇ ਬਾਬਾ ਜੀ ਅਸੀਂ 3 ਭਰਾ ਸੀ, ਸਾਡੇ ਬਾਪ ਨੇ ਸਾਨੂੰ ਤਿੰਨਾਂ ਨੂੰ 9-9 ਲੱਖ ਰੁਪਈਆ ਦਿੱਤਾ ਕਿ ਲਓ ਭਾਈ ਤੁਸੀਂ ਆਪਣਾ ਕੰਮ ਕਰ ਲਓ। ਕਹਿੰਦੇ ਮੈਂ 3 ਲੱਖ ਰੁਪਇਆ ਲਾ ਕੇ ਇੱਕ ਕੰਮ ਸ਼ੁਰੂ ਕੀਤਾ। ਉਹ 3-4 ਮਹੀਨੇ ਚੱਲਿਆ, ਫਿਰ ਉਹ ਫੇਲ ਹੋ ਗਿਆ, ਮੇਰਾ 3 ਲੱਖ ਵੀ ਗਿਆ। 3 ਹੋਰ ਲੱਖ ਲਾ ਕੇ ਤੇ ਮੈਂ ਹੋਰ ਕੰਮ ਸ਼ੁਰੂ ਕੀਤਾ। ਉਹ ਵੀ 3-4 ਮਹੀਨੇ ਚੱਲਿਆ ਤੇ ਉਹ ਵੀ ਖਤਮ ਹੋ ਗਿਆ। ਫਿਰ 3 ਲੱਖ ਲਾ ਕੇ ਮੈਂ ਤੀਜਾ ਕੰਮ ਸ਼ੁਰੂ ਕੀਤਾ। ਉਹ ਵੀ 3-4 ਮਹੀਨੇ ਚੱਲਿਆ, ਉਹ ਵੀ ਖਤਮ ਹੋ ਗਿਆ। ਬਾਬਾ ਜੀ ਹੁਣ ਨਾ ਮੇਰੇ ਕੋਲ ਰੋਟੀ ਖਾਣ ਨੂੰ ਪੈਸਾ ਨਹੀਂ ਹੈ। ਇਹ ਕਿਸਮਤ ਹੈ ਨਾ। ਫਿਰ ਸੋਨੇ ਨੂੰ ਹੱਥ ਪਾ ਮਿੱਟੀ ਹੋ ਗਈ, ਮਿੱਟੀ ਹੋ ਗਈ। ਕਿਸਮਤ ਵੀ ਬੜੀ ਚੀਜ਼ ਹੈ, ਪਰ ਸਾਨੂੰ ਨਾ ਪਤਾ ਹੋਣ ਕਰਕੇ ਸਾਨੂੰ ਯਤਨਸ਼ੀਲ ਰਹਿਣਾ ਚਾਹੀਦਾ।
ਮਿਹਨਤ ਕਰਦੇ ਰਹਿਣਾ ਚਾਹੀਦਾ, ਯਤਨਸ਼ੀਲ ਹੁੰਦੇ ਰਹਿਣਾ ਚਾਹੀਦਾ, ਕਿਉਂਕਿ ਸਾਨੂੰ ਤਾਂ ਯਤਨ ਕਰਨ ਨੂੰ ਤਾਂ ਗੁਰੂ ਨਾਨਕ ਦੇਵ ਨੇ ਆਖਿਆ ਹੀ ਆਖਿਆ। ਪਰ ਗੁਰਬਾਣੀ ਥਾਂ ਥਾਂ 'ਤੇ ਲਿਖਦੀ ਹੈ, ਬਿਨ ਭਾਗਾਂ ਕਿਛ ਪਾਈਐ ਨਾਹੀਂ, ਜੇ ਬਹੁ ਤੇਰਾ ਧਾਵੈ। ਵੀ ਭਾਗਾਂ ਤੋਂ ਬਿਨਾਂ ਜਿੰਨਾ ਮਰਜ਼ੀ ਭੱਜ ਰੱਠ ਕਰ ਲਓ, ਨਹੀਂ ਮਿਲਣਾ। ਭਗਤ ਤਰਲੋਚਨ ਜੀ ਗਰੀਬ ਨੇ, ਬ੍ਰਾਹਮਣ ਵੈਸੇ ਹੀ ਗਰੀਬ ਹੁੰਦੇ, ਪਿੰਡਾਂ 'ਚ ਇਹਨਾਂ ਨੂੰ ਮੰਗ ਖਾਣੀ ਜਾਤ ਕਹਿੰਦੇ ਸੀ। ਇਹ ਬ੍ਰਾਹਮਣ ਨਾ ਕਦੇ ਇਹ ਮੰਗ ਖਾਣੀ ਜਾਤ ਹੈ, ਕਿਉਂ? ਦੂਜੇ ਮੰਗ ਕੇ ਗੁਜ਼ਾਰਾ ਕਰਦੇ, ਆਪਣਾ ਦਿਨ ਦਾ ਕੋਈ ਬਿਜ਼ਨਸ ਹੁੰਦਾ ਕੋਈ ਨਹੀਂ ਸੀ, ਜੋ ਮੰਦਰ 'ਚ ਆਮਦਨ ਹੋ ਗਈ। ਖੈਰ ਉਹ ਲੜਦੀ ਹੈ, ਕਹਿ ਤੂੰ ਰਾਮ 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 ਕਰਦਾ ਰਿਹਾ, ਤੈਨੂੰ ਰਾਮ ਨੇ ਕੀ ਦਿੱਤਾ? ਘਰ ਵਾਲੀ ਕਹਿੰਦੀ ਤੂੰ ਰਾਮ 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 ਕਰਦਾ ਰਹਿਣਾ, ਤੈਨੂੰ ਰਾਮ ਨੇ ਕੀ ਦਿੱਤਾ? ਉਹ ਕਹਿੰਦੇ ਭਾਗਾਂ ਵਾਲੀ ਰਾਮ ਨੂੰ ਕਿਉਂ ਦਿੰਦੀ, ਕਿਉਂ ਦਿੰਦੀ? ਆਪਣੇ ਕਰਮ ਨੇ ਤੇ ਕਰਮ ਮਫੀਟਸਰੀ ਹੁੰਦਾ, ਨਹੀਂ ਹਟਦੇ ਕਰਮ, ਨਹੀਂ ਕੱਟਦੇ ਕਰਮ, ਭੋਗਣੇ ਪੈਂਦੇ ਨੇ। ਇਸ ਲਈ ਕਦੇ ਮੈਂ ਨਾਮ ਜਪਦਾ ਰਹਿਣਾ। ਬਈ ਹੁਣ ਮਿਲਣਾ ਤਾਂ ਇਹ ਜੋ ਕਰਮਾਂ 'ਚ ਲਿਖਿਆ, ਨਾਮ ਤਾਂ ਜਪ ਲਓ, ਇਹ ਤਾਂ ਅੱਗੇ ਤਾਂ ਕੋਈ ਕਰ ਲਓ। ਬਾਕੀ ਹਾਂ, ਜੇ ਅਸੀਂ ਨਾਮ ਜਪੀ ਜਾਈਏ, ਪਰਮਾਤਮਾ ਹੀ ਸਾਡੀ ਕਿਸਮਤ ਲਿਖਣ ਵਾਲਾ ਹੈ। ਉਹ ਕਿਰਪਾ ਕਰਕੇ ਸਾਡੀ ਬਦਲ ਵੀ ਸਕਦਾ, ਉਹਨੂੰ ਤਰਸ ਆ ਜੇ। ਜੋ ਪਿਛਲੇ ਔਗਣਾਂ ਨੂੰ ਬਖਸ਼ ਸਕਦਾ ਹੈ, ਅੱਗੇ ਤੱਕ ਉਹ ਕਿਸਮਤ ਵੀ ਤਾਂ ਬਦਲ ਸਕਦਾ ਹੈ। ਚਾਹੇ ਗੁਰੂ ਰਾਹੀਂ ਬਦਲੇ, ਕਿਸੇ ਸਾਧੂ ਰਾਹੀਂ ਬਦਲੇ, ਕਿਸੇ ਰਾਹੀਂ ਬਦਲੇ, ਉਹ ਇਹ ਤਾਂ ਉਹਦਾ ਆਪਣਾ ਢੰਗ ਤਰੀਕਾ ਹੈ ਵੀ ਉਹਨੇ ਕਿਸ ਤਰੀਕੇ ਨਾਲ ਤੁਹਾਡੀ ਕਿ ਵੀ ਤੁਸੀਂ ਭਜਨ ਬੰਦਗੀ ਕਰਦੇ ਹੋ, ਉਹ ਕਿਸਮਤ ਬਦਲ ਵੀ ਸਕਦਾ। ਇਹ ਨਹੀਂ ਕਿ ਜੋ ਲਿਖਿਆ ਹੈ ਕਿ ਉਹ ਪੱਥਰ 'ਤੇ ਲਕੀਰ ਹੈ, ਕੋਈ ਨਹੀਂ। ਬਾਣੀ ਕਹਿੰਦੀ ਨਹੀਂ, ਪਿਛਲੇ ਔਗਣ ਬਖਸ਼ ਲੈ ਪ੍ਰਭਾਗੈ ਮਾਰਗ ਪਾਵੈ। ਉਹ ਪਿਛਲੇ ਔਗਣ ਬਖਸ਼ ਦਿੰਦਾ, ਅੱਗੇ ਤੋਂ ਸਿੱਧੇ ਰਾਹ ਪਾਉਂਦਾ। ਔਗਣਾਂ ਕਾਰਨ ਹੀ ਦੁੱਖ ਹੈ ਸਾਡੀ ਜ਼ਿੰਦਗੀ। ਜੋ ਅਸੀਂ ਪਾਪ ਕਰਮ ਕੀਤੇ, ਉਹਨਾਂ ਕਾਰਨ ਹੀ ਦੁੱਖ ਹੈ, ਉਹਨਾਂ ਕਾਰਨ ਹੀ ਗਰੀਬੀ ਹੈ। ਹੁਣ ਜਿਨ੍ਹਾਂ ਲੋਕਾਂ ਨੇ ਪਿਛਲੇ ਜਾਂ ਲੁੱਟਾਂ ਖੋਹਾਂ ਕੀਤੀਆਂ, ਚੋਰੀਆਂ ਕੀਤੀਆਂ, ਡਾਕੇ ਮਾਰੇ, ਠੱਗੀਆਂ ਕੀਤੀਆਂ, ਮਿਲਾਵਟਾਂ ਕੀਤੀਆਂ, ਰਿਸ਼ਵਤਾਂ ਲਈਆਂ, ਉਹ ਫਿਰ ਅੱਗੋਂ ਇਸਤਰੀ ਹੋਣਗੇ, ਖਾਈ ਜੋ ਭਾਈ ਧੱਕੇ ਹੁਣ। ਉਹਨਾਂ ਨੂੰ ਸਮਝ ਨਹੀਂ ਆਉਣੀ ਵੀ ਸਾਡੀ ਮਾੜੀ ਹਾਲਤ ਕਿਉਂ ਹੈ, ਕਿਉਂਕਿ ਮਗਰਲਾ ਜੀ ਨੂੰ ਦਿਸ ਨਹੀਂ ਰਿਹਾ। ਪਰ ਜੇ ਬਾਣੀ 'ਚ ਵਿਸ਼ਵਾਸ ਹੋਵੇ ਤਾਂ ਬਾਣੀ ਕਹਿੰਦੇ ਤੂੰ ਆਪਣੇ ਕਰਮ ਹੀ ਭੋਗ ਰਿਹਾ, ਤੂੰ ਕਰਮ ਹੀ ਪਿਛਲੇ ਜਨਮ 'ਚ ਐਸੇ ਕੀਤੇ ਜਿਸ ਕਾਰਨ ਤੇਰੀ ਜ਼ਿੰਦਗੀ ਦੁੱਖ ਹੈ। ਬਾਪ ਨੇ ਤਾਂ ਪੈਸੇ ਦਿੱਤੇ, ਹੁਣ ਭਾਗਾਂ ਗਰੀਬੀ ਲਿਖੀ ਹੋਈ ਹੈ। ਉਹ ਬਾਪ ਨੇ 9 ਲੱਖ ਦਿੱਤਾ, ਹੁਣ ਭਾਗਾਂ 'ਚ ਗਰੀਬੀ ਲਿਖੀ ਹੋਈ ਹੈ, ਉਹ 9 ਲੱਖ ਸਮਾਂ ਪਾ ਕਮੇਟੀ ਹੋ ਗਏ। ਐਵੇਂ ਕਿ ਇਸ ਲਈ ਉਹ ਭਗਤ ਲੋਚਨ ਕਹਿੰਦੇ ਕਮਲੀਏ ਕਿਉਂ ਰੱਬ ਨੂੰ ਨਿੰਦਦੀ? ਇਹ ਤਾਂ ਥਾਰੋ ਕਰਮ ਰਹੀ, ਇਹ ਤਾਂ ਤੇਰੇ ਕਿਸਮਤ ਹੈ, ਕਰਮ ਨੇ, ਜਿਸ ਕਰਕੇ ਆਪਾਂ ਗਰੀਬੀ ਭੋਗ ਰਹੇ। ਇਸ ਲਈ ਕਹਿੰਦੇ ਨਾਮ ਜਪੀ ਜਾ ਚੁੱਪ ਕਰਕੇ। ਸੋ ਅਸੀਂ ਤਾਂ ਹੋਰ ਕਿਉਂ, ਇੱਕ ਤਾਂ ਹੋਰ ਹੈ ਵੀ ਸੰਸਾਰਿਕ ਯਤਨ ਨਾਲ ਸਾਡੀ ਕਿਸਮਤ ਨਹੀਂ ਬਦਲ ਸਕਦੀ, ਇਹ ਵੀ ਹੈ। ਨਹੀਂ ਤਾਂ ਚਲੋ ਅਸੀਂ ਸੰਸਾਰਿਕ ਯਤਨ ਹੀ ਕਰਦੇ ਰਹੀਏ। ਧਰਮ ਕਹਿੰਦਾ ਤੁਹਾਡੀ ਕਿਸਮਤ ਬਾਣੀ ਜਾਂ ਨਾਮ ਨਾਲ ਬਦਲਣੀ ਹੈ। ਗੁਰੂ ਤੁਹਾਡੀ ਕਿਸਮਤ ਬਦਲ ਸਕਦਾ ਹੈ, ਕੋਈ ਸਾਧੂ ਤੁਹਾਡੀ ਕਿਸਮਤ ਬਦਲ ਸਕਦਾ ਹੈ। ਬਾਣੀ ਗੁਰੂ ਹੈ ਸਾਡਾ, ਨਾਮ ਵੀ ਗੁਰੂ ਹੀ ਹੈ, ਇਹ ਸਾਡੀ ਕਿਸਮਤ ਬਦਲ ਸਕਦੇ ਨੇ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਹੀ 15 ਸਾਲਾਂ ਤੋਂ ਸੰਗਤ 'ਚ ਲਿਖੇ ਦਿੱਤੇ ਜਾ ਰਹੇ ਨੇ ਕਿ ਕਰੋ ਭਾਈ ਪਾਠ, ਤੁਹਾਡੀ ਕਿਸਮਤ ਬਦਲੇ। ਜਿਸ ਕਾਰਨ ਤੁਹਾਡੀ ਜ਼ਿੰਦਗੀ ਦੁੱਖ ਹੈ, ਜਿਸ ਕਾਰਨ ਤੁਹਾਡੇ ਘਰ ਅੜੇ ਹੋਏ ਨੇ, ਪਾਠ ਕਰੋ। ਕੀ ਪਤਾ ਪਾਠ ਕਰਦੇ ਨਾਮ ਜਪਦੇ ਕਿਸ ਵੇਲੇ ਗੁਰੂ ਮਹਾਰਾਜ ਕਿਰਪਾ ਕਰ ਦੇਣ।
ਇਸ ਲਈ ਲੱਗੇ ਰਹਿਣਾ, ਹੌਸਲਾ ਨਹੀਂ ਛੱਡਣਾ। ਮੰਨ ਲਓ ਕੋਈ ਦੱਸ ਵੀ ਦਿੰਦਾ ਕਿ ਤੁਸੀਂ ਮਾੜੀ ਕਿਸਮਤ ਲਿਖਾ ਕੇ ਲਿਆਏ ਹੋ, ਫਿਰ ਵੀ ਹੌਸਲਾ ਨਹੀਂ ਛੱਡਣਾ। ਗੁਰਬਾਣੀ ਸਾਨੂੰ ਧਰਵਾਸ ਦਿੱਤੀ ਹੋਈ ਹੈ। ਪਰਮਾਤਮਾ ਕਹਿੰਦਾ ਮੈਂ ਤੇ ਤੁਹਾਡੀ ਕਿਸਮਤ ਤੁਹਾਡੇ ਕਰਮ ਦੇਖ ਕੇ ਲਿਖਤੀ, ਪਰ ਜੇ ਤੁਸੀਂ ਆਪਣੀ ਕਿਸਮਤ ਨਾਲ ਸੰਤੁਸ਼ਟ ਨਹੀਂ ਤਾਂ ਮੈਂ ਸੰਸਾਰ 'ਤੇ ਸਾਧੂ ਅਤੇ ਗੁਰੂ ਭੇਜ ਰਿਹਾ। ਉਹਨਾਂ ਨੂੰ ਮੈਂ ਪਾਵਰ ਦੇ ਕੇ ਭੇਜ ਰਿਹਾ ਕਿ ਉਹ ਮੇਰੀ ਲਿਖਤ ਨੂੰ ਬਦਲ ਸਕਦੇ ਹਨ। ਦੇਖੋ ਕਿੰਨੀ ਗੱਲ ਵਧੀਆ ਹੋ ਗਈ। ਨਹੀਂ ਤਾਂ ਜੋ ਕਹਿੰਦਾ ਵੀ ਨਹੀਂ ਕਿਸਮਤ ਨਹੀਂ ਬਦਲਣੀ, ਫਿਰ ਕਿਸੇ ਪਾਠ ਦੀ, ਕਿਸੇ ਸਿਮਰਨ ਦੀ, ਕਿਸੇ ਸਤਸੰਗ ਦੀ, ਕਿਸੇ ਗੁਰੂ ਦੀ, ਕਿਸੇ ਸਾਧ ਦੀ ਲੋੜ ਹੀ ਨਹੀਂ ਸੀ, ਵੀ ਜੋ ਕਿਸੇ ਬਦਲੀ ਹੀ ਨਹੀਂ। ਉਹ ਕਹਿੰਦੇ ਨਹੀਂ, ਮੈਂ ਤਾਂ ਲਿਖਦੀ, ਪਰ ਮੈਂ ਗੁਰੂ ਅਤੇ ਸਾਧੂ ਸੰਸਾਰ 'ਚ ਭੇਜ ਰਿਹਾ, ਇਹ ਤੁਹਾਡੀ ਕਿਸਮਤ ਬਦਲ ਸਕਦੇ ਹਨ। ਸਾਧੂ ਪਤਾ ਨਹੀਂ ਆਪਾਂ ਨੂੰ ਲੱਭੇ ਨਾ ਲੱਭੇ, ਕੀ ਪਤਾ। ਦੇਖਣ ਨੂੰ ਤਾਂ ਮੈਂ ਵੀ ਸਾਧੂ ਲੱਗਣ ਲੋਕਾਂ ਨੂੰ, ਹਾਂਜੀ ਪਜਾਮੀ ਪਾਈ ਹੈ, ਕੋਈ ਪਾਇਆ, ਅੰਦਰੋਂ ਕੀ ਹੈ ਕਿਸੇ ਨੂੰ ਕੀ ਪਤਾ, ਕਿਸੇ ਨੂੰ ਕੀ ਪਤਾ। ਆਲੇ ਪਰਾਵਾ ਪਹਿਰਾਵਾ ਵੇਖ ਕੇ ਸਵਾਗਤ ਕਰਦੇ। ਹੁਣ ਕੱਲ੍ਹ ਜਿੰਨੇ ਸੰਤ ਮਹਾਤਮਾ ਸੱਦੇ ਹੋਏ ਸਨ ਉੱਤੇ ਅਕਾਲ ਤਖ਼ਤ 'ਤੇ, ਉਹਨਾਂ ਨੇ ਪਜਾਮੇ ਵਾਲਾ ਇਕੱਲਾ ਮੈਂ ਹੀ ਸੀ, 4-5 ਪੈਂਟ ਵਾਲੇ ਸਨ। ਜਿਹੜੇ ਪ੍ਰੋਫੈਸਰ ਆਏ ਸਨ ਜਾਂ ਵਾਈਸ ਪ੍ਰਿੰਸੀਪਲ, ਤਿੰਨੋਂ ਵਾਈਸ ਪ੍ਰਿੰਸੀਪਲ ਸਨ, ਸਾਰੇ ਪੈਂਟ ਵਾਲੇ ਸੀ, ਪਰ ਕਮੀਜ਼ ਪਜਾਮੀ ਵਾਲਾ ਮੈਂ ਹੀ ਸੀ, ਬਾਕੀ ਸਾਰੇ ਚੋਲੇ ਵਾਲੇ ਸਨ, ਬਾਕੀ ਸਾਰੇ ਚੋਲੇ ਵਾਲੇ ਸਨ। ਸੋ ਮੇਰੇ ਕਹਿਣ ਦਾ ਮਤਲਬ ਇਹ ਕੋਈ ਜ਼ਰੂਰੀ ਨਹੀਂ ਕਿ ਜਿਸ ਨੇ ਸਾਧੂ ਵਾਲੇ ਕੱਪੜੇ ਹੁਣ ਅੰਦਰੋਂ ਵਾਕਈ ਸਾਧ ਹੋਵੇ, ਇਹ ਕੋਈ ਗਰੰਟੀ ਨਹੀਂ। ਆਪਾਂ ਲੱਗੇ ਰਹੀ ਉਸ ਵਿਚਾਰੇ ਦੇ ਮਗਰ, ਉਹ ਮਗਰੋਂ ਹੋਰ ਹੀ ਨਿਕਲੇ, ਐਵੇਂ ਹੀ ਗਈ ਨਾ ਇੰਨੀ ਦੇਰ ਦੀ ਮਿਹਨਤ। ਸਾਡੇ ਲਈ ਬਹੁਤ ਸੁੱਖ ਹੈ, ਸਾਡੇ ਲਈ ਗੁਰੂ ਬਾਣੀ ਹੈ ਬਸ। ਸਿੱਖ ਜਦੋਂ ਗੁਰੂ ਮਹਾਰਾਜ ਸਰੀਰ ਰੂਪ ਵਿੱਚ ਸਨ, ਉਦੋਂ ਵੀ ਸਿੱਖ ਗੁਰੂ ਕੋਲ ਜਾਂਦੇ ਸਨ। ਹੁਣ ਵੀ ਸਿੱਖ ਗੁਰਦੁਆਰੇ ਜਾਂਦੇ, ਗੁਰੂ ਕੋਲ ਹੀ ਜਾਂਦੇ ਨਾ। ਇੱਕ ਕਹਿੰਦਾ ਜੀ ਥਾਵਾਂ ਦੀ ਮਹਾਨਤਾ ਹੁੰਦੀ ਹੈ, ਮੈਂ ਚਲੋ ਮੈਂ ਮੰਨਦਾ ਥਾਵਾਂ ਦੀ ਮਹਾਨਤਾ ਹੁੰਦੀ, ਪਰ ਹਰਿਮੰਦਰ ਸਾਹਿਬ ਦੇ ਵਿੱਚੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਚੱਕ ਲਓ, ਉਹ ਕਿਤੇ ਹੋਰ ਲੈ ਜਾਓ, ਕੀ ਫੇਰ ਲੋਕ ਇੰਨੇ ਉੱਥੇ ਆਉਣਗੇ ਜਿੰਨੇ ਹੁਣ ਆਉਂਦੇ? ਨਿਰੀ ਥਾਂ ਕਰਕੇ ਨਹੀਂ ਲੋਕ ਜਾਂਦੇ। ਜਿੱਥੇ ਸਾਧੂ ਗੁਰੂ ਬੈਠਦੇ ਲੋਕ ਤੇ ਸਾਧੂ ਗੁਰੂ ਕਾਰਨ ਜਾਂਦੇ ਨੇ। ਜੇ ਗੁਰੂ ਹੀ ਉੱਥੇ ਨਹੀਂ, ਸਾਧੂ ਹੀ ਨਹੀਂ, ਤੇ ਫਿਰ ਜਾਏਗਾ ਬੰਦਾ ਕਿੱਥੇ ਜਾਏਗਾ? ਫਿਰ ਤਾਂ ਹਾਂ ਕਿਸੇ ਨੇ ਕਹਿ ਦਿੱਤਾ ਵੀ ਦੇਖਣ ਵਾਲੇ, ਜੇ ਆਪਾਂ ਤਾਜ ਮਹਿਲ ਵੇਖਣ ਜਾਂਦੇ ਹਾਂ, ਇਸ ਤਰ੍ਹਾਂ ਕੋਈ ਦਰਸ਼ਨ ਦੀਦਾਰੇ ਹਰਿਮੰਦਰ ਸਾਹਿਬ ਦੇ ਕਰਨ ਆ ਜਾਂਦਾ ਆ ਜੇ, ਪਰ ਆਪਾਂ ਤਾਂ ਉੱਥੇ ਗੁਰੂ ਗ੍ਰੰਥ ਸਾਹਿਬ ਹੋਣ ਕਰਕੇ ਜਾਂਦੇ ਹਾਂ। ਇਸ ਲਈ ਗੁਰੂ ਦੀ ਮਹਿਮਾ ਹੈ। ਗੁਰੂ ਜਿੱਥੇ ਵੀ ਬੈਠੇ ਹੋਣਗੇ, ਸਾਧੂ ਜਿੱਥੇ ਵੀ ਬੈਠਾ ਹੋਏਗਾ, ਸੰਗਤ ਨੇ ਤਾਂ ਉੱਥੇ ਹੀ ਆ ਜਾਣਾ, ਕਿਤੇ ਬੈਠੇ ਹੋਣ। ਇਹ ਤਾਂ ਉਂਝ ਰਿਵਾਜ਼ ਹੋ ਗਿਆ ਵੀ ਥਾਂ ਥਾਂ 'ਤੇ ਜਾਓ ਜੀ। ਸੰਤ ਸੀਤਲ ਸਿੰਘ ਕਹਿੰਦੇ ਸੀ, ਭਾਈ ਸਾਧੂ 2 ਪ੍ਰਕਾਰ ਦੇ ਹੁੰਦੇ ਨੇ। ਮੈਂ ਕਿਹੜੇ ਜੀ? ਇੱਕ ਕਹਿੰਦੇ ਖੂਹ ਹੁੰਦੇ ਨੇ, ਇੱਕ ਦਰਿਆ ਹੁੰਦੇ ਆ। ਆ ਜਿਹੜੇ ਥਾਂ ਥਾਂ 'ਤੇ ਭਾਈ ਦੀਵਾਨ ਲਾਉਣ ਜਾਂਦੇ ਨੇ, ਥਾਂ ਥਾਂ 'ਤੇ ਕਥਾ ਵਾਰਤਾ ਕਰਨ ਜਾਂਦੇ ਨੇ, ਇਹ ਦਰਿਆ ਸਾਧੂ ਨੇ। ਸਾਡੇ ਵਰਗੇ ਖੂਹ ਸਾਧੂ ਨੇ। ਅਸੀਂ ਬੈਠੇ ਹਾਂ, ਜਿਹੜਾ ਪਿਆਸਾ ਹੋਊਗਾ ਆਪੇ ਆ ਜਾਏਗਾ ਪਾਣੀ ਪੀਣ। ਕਹਿੰਦੇ ਖੂਹ ਕਿਤੇ ਚੱਲ ਕੇ ਨਹੀਂ ਜਾਂਦਾ, ਪਿਆਸਾ ਖੂਹ ਕੋਲੇ ਆਉਂਦਾ। ਅਸੀਂ ਕਹਿੰਦੇ ਆਪਣੇ ਕੋਲ, ਸਾਨੂੰ ਕੋਈ ਫਿਕਰ ਨਹੀਂ, ਪੱਕਾ ਨਹੀਂ, ਨਾ ਸਾਨੂੰ ਕੋਈ ਜਥਾ ਰੱਖਣ ਦੀ ਲੋੜ ਹੈ, ਨਾ ਸਾਨੂੰ ਕੋਈ ਡੇਰਾ ਵਸਾਉਣ ਦੀ ਲੋੜ ਹੈ, ਨਾ ਸਾਨੂੰ ਕੋਈ ਸੇਵਕ ਰੱਖਣ ਦੀ ਲੋੜ ਹੈ, ਨਾ ਉਹਨਾਂ ਦੀ ਚਿੰਤਾ ਦੀ ਲੋੜ ਹੈ, ਨਾ ਸਾਨੂੰ ਕਾਰਾਂ ਰੱਖਣ ਦੀ ਲੋੜ ਹੈ। ਇੱਕ ਤਾਂ ਤੁਸੀਂ ਸਮਝਣ ਬਸ, ਔਰ ਤੇ ਖੂਹ ਆ ਬੈਠੇ ਹਾਂ, ਜਿਹਨੂੰ ਲੋੜ ਹੋਏ ਆ ਜਾਊਗਾ। ਕਹਿ ਤੁਸੀਂ ਪਟਿਆਲਾ ਚੱਲ ਕੇ ਮੇਰੇ ਪਿੰਡ ਆਇਓ ਨਾ, ਮੇਰੇ ਪਿੰਡ ਆਇਓ ਨਾ। ਖੂਹ ਪਿੰਡ ਸੀ, ਉਦੋਂ ਪਿੰਡ ਕਿਵੇਂ ਹੁੰਦਾ ਸੀ? ਖੂਹ ਪਿੰਡ ਸੀ। ਤੁਸੀਂ ਪਟਿਆਲੇ ਪਿਆਸੇ ਹੋਏ, ਉੱਥੇ ਗਏ ਸੀ।
ਹੁਣ ਚਲੋ ਮੈਂ ਥੇੜੀ ਸਾਹਿਬ ਆ ਗਿਆ, ਤੁਹਾਨੂੰ ਖੂਹ ਨੇੜੇ ਹੋ ਗਿਆ ਥੋੜ੍ਹਾ ਜਿਹਾ। ਸੋ ਇਸ ਲਈ ਆਪਾਂ ਜੇ ਗੁਰਦੁਆਰੇ ਜਾਂਦੇ ਹਾਂ, ਮੰਦਿਰਾਂ 'ਚ ਜਾਂਦੇ ਹਾਂ, ਸਾਧੂ ਕੋਲ ਜਾਂਦੇ ਹਾਂ, ਗੁਰੂ ਕੋਲ ਜਾਂਦੇ ਹਾਂ, ਆਪਣੀ ਲੋੜ ਨੂੰ ਜਾਂਦੇ ਹਾਂ, ਅਤੇ ਉਹਨਾਂ ਕਾਰਨ ਜਾਂਦੇ ਹਾਂ, ਬਿਲਡਿੰਗਾਂ ਕਾਰਨ ਨਹੀਂ ਜਾਂਦੇ, ਬਿਲਡਿੰਗਾਂ ਕਾਰਨ ਨਹੀਂ ਜਾਂਦੇ। ਸੋ ਇਸ ਲਈ ਗੁਰੂ ਨਾਲ ਜੁੜਨਾ ਚਾਹੀਦਾ। ਗੁਰੂ ਜਿੱਥੇ ਹੋਣਗੇ ਸੰਸਾਰ ਨੂੰ ਉੱਥੇ ਜਾਣਾ ਸ਼ੁਰੂ ਕਰ ਦੇਣਾ, ਕਿਉਂਕਿ ਗੁਰੂ ਨੇ ਹੀ ਸਾਡੀ ਕਿਸਮਤ ਬਦਲਣੀ। ਹੁਣ ਸਾਡਾ ਗੁਰੂ ਬਾਣੀ ਹੋਣ ਕਰਕੇ ਬਾਣੀ ਸਾਡੀ ਕਿਸਮਤ ਬਦਲਦੀ ਹੈ। ਜਿੰਨੇ ਹੀ ਭਾਈ ਪੜ੍ਹ ਲਾਂਗੇ, ਨਾਮ ਜਪ ਲਾਂਗੇ, ਉਨਾ ਹੀ ਆਪਾਂ ਨੂੰ ਫਾਇਦਾ ਹੈ, ਆਪਣੀ ਹਿੰਮਤ ਹੈ। ਸੋ ਤਾਂ ਗੁਰੂ ਮਹਾਰਾਜ ਕਹਿੰਦੇ ਹਾਂਜੀ, ਮਨਮੁਖ ਗਰਭ ਨਾ ਪਾਇਓ, ਅਗਿਆਨ ਇਆਣੇ। ਉਹ ਤੋਂ ਪਹਿਲਾਂ ਸਭ ਆਪੇ ਆਪ ਵਰਤਦਾ, ਪਰਮਾਤਮਾ ਆਪ ਹੀ ਸਭ ਥਾਂ 'ਤੇ ਵਰਤ ਰਿਹਾ, ਆਪੇ ਨਾਏ ਲਾਈਏ, ਅਤੇ ਪਰਮਾਤਮਾ ਆਪ ਹੀ ਜੀਵ ਨੂੰ ਆਪਣੇ ਨਾਮ ਨਾਲ ਜੋੜਦਾ ਹੈ। ਮਨਮੁਖ ਗਰਭ ਨਾ ਪਾਇਓ, ਅਗਿਆਨ ਇਆਣੇ। ਗਰਭ ਹੁੰਦਾ ਹੰਕਾਰ, ਇੱਕ ਭੱਬੇ ਦਾ ਗਰਭ ਹੁੰਦਾ ਹੈ, ਉਹ ਮਾਤਾ ਦਾ ਪੇਟ ਹੁੰਦਾ ਹੈ। ਇਹ ਗਰਭ ਵਾਵੇ ਹਿੰਦੀ 'ਚ ਗਰਭ, ਗੱਗਾ ਵਾਵਾ ਉੱਤੇ ਰਾਰਾ, ਗਰਭ ਹੰਕਾਰ ਨੂੰ ਕਹਿੰਦੇ ਨੇ। ਉਹ ਤਾਂ ਪੰਜਾਬੀ 'ਚ ਗਰਭ ਬਣਾਇਆ ਹੋਇਆ ਬੱਬੇ ਨਾਲ। ਜਿਹੜਾ ਮਨਮੁਖ ਹੁੰਦਾ ਹੈ ਉਹਦੇ ਅੰਦਰ ਹੰਕਾਰ ਹੁੰਦਾ, ਇਸ ਲਈ ਉਹ ਰੱਬ ਨੂੰ ਪਾ ਨਹੀਂ ਸਕਦਾ, ਉਹ ਅਗਿਆਨੀ ਰਹਿ ਜਾਂਦਾ, ਅਗਿਆਨ ਇਆਣੇ ਅਤੇ ਬੇਸਮਝ ਰਹਿ ਜਾਂਦਾ ਹੈ। ਜਿਵੇਂ ਬੱਚੇ ਨੂੰ ਸੋਝੀ ਨਹੀਂ ਹੁੰਦੀ, ਬੱਚੇ ਨੂੰ ਅੱਗ ਤੋਂ ਮੋੜੋ, ਮੁੜ ਕੇ ਅੱਗ 'ਚ ਹੱਥ ਪਾਉਂਦਾ, ਉਹਨੂੰ ਉਹ ਚਾਨਣ ਜਿਹਾ ਚੰਗਾ ਲੱਗਦਾ, ਬੱਚੇ ਨੂੰ ਸੱਪ ਸੋਹਣਾ ਲੱਗਦਾ, ਉਹ ਸੱਪ ਨੂੰ ਫੜਨਾ ਚਾਹੁੰਦਾ, ਆਪਾਂ ਕਹਿੰਦਾ ਉਹ ਨਾ ਡੰਗ ਮਾਰੂਗਾ ਇਹ, ਉਹਦਾ ਫਿਰ ਜੀ ਕਰਦਾ ਉਹਨੂੰ ਫੜਨ ਨੂੰ, ਕਿਉਂਕਿ ਉਹ ਆਣਾ ਹੈ, ਉਹ ਵਿਚਾਰਾ ਗਿਆਨੀ ਬੇਸਮਝ ਹੈ। ਇਸ ਤਰ੍ਹਾਂ ਜਿਹੜਾ ਮਨਮੁਖ ਹੁੰਦਾ ਹੈ, ਇਹ ਹੰਕਾਰੀ ਹੁੰਦਾ ਹੈ, ਇਹ ਅਗਿਆਨੀ ਹੁੰਦਾ ਹੈ, ਇਹ ਬੇਸਮਝ ਹੁੰਦਾ ਹੈ, ਇਸ ਨੂੰ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਸਤਿਗੁਰ ਸੇਵਾ ਨਾ ਕਰੈਂ, ਫਿਰ ਪਛਤਾਣੇ। ਇਹ ਜਿਹੜੇ ਮਨਮੁਖ ਹੁੰਦੇ ਨੇ, ਗੁਰੂ ਦੀ ਸੇਵਾ ਨਹੀਂ ਕਰਦੇ, ਫਿਰ ਉਹਨਾਂ ਵਾਰੀ ਪਛਤਾਉਣਾ ਪੈਂਦਾ। ਕਿਉਂ? ਕਦੇ ਕਿਸੇ ਜਨਮ 'ਚ, ਕਦੇ ਕਿਸੇ ਜਨਮ 'ਚ ਚੱਕਰ ਕੱਢਦੇ ਰਹਿੰਦੇ। ਗਰਭ ਜੋਨੀ ਵਾਸ ਪਾਇੰਦੇ, ਗਰਭੇ ਗਲ ਜਾਣੇ। ਉਹ ਕਦੇ ਵਾਰੀ ਜੂਨੀਆਂ 'ਚ ਆਉਂਦੇ ਨੇ, ਕਦੇ ਕਿਸੇ ਜੂਨੀ 'ਚ, ਕਦੇ ਕਿਸੇ ਜੂਨੀ, ਅਤੇ ਇਸ ਤਰ੍ਹਾਂ ਜੂਨੀਆਂ ਦੇ ਵਿੱਚ ਹੀ ਉਹ ਗਲ ਸੜ ਜਾਂਦੇ, ਜਨਮ ਲੈਂਦੇ ਹੀ ਮਰ ਖਪ ਜਾਂਦੇ। ਉਹਨਾਂ ਜੰਮਣ ਦਾ ਚੱਕਰ ਉਹਨਾਂ ਦਾ ਮੁੱਕਦਾ ਹੀ ਨਹੀਂ। ਮੇਰੇ ਕਰਤੇ ਈਵੇਂ ਭਾਵਦਾ, ਮਨਮੁਖ ਪ੍ਰਮਾਣੇ। ਮੇਰੇ ਪਰਮਾਤਮਾ ਨੂੰ ਇਸ ਤਰ੍ਹਾਂ ਹੀ ਚੰਗਾ ਲੱਗਦਾ ਹੈ ਕਿ ਜਿਹੜੇ ਮਨਮੁਖ ਨੇ ਭਟਕਦੇ ਰਹਿਣ, ਇਹ ਭਟਕਦੇ ਰਹਿਣ, ਇਹ ਨਾਮ ਨਹੀਂ ਜਪਦੇ, ਵੀ ਮੈਂ ਨਾਮ ਜਪਣ ਨੂੰ ਇਹਨਾਂ ਨੂੰ ਭੇਜਿਆ, ਮੇਰਾ ਨਾਮ ਨਹੀਂ ਜਪਦੇ, ਭਟਕੀ ਜਾਣਦੇ, ਉਹਨਾਂ ਨੂੰ ਭਟਕਦੇ ਰਹੋ। ਜਦੋਂ ਕਦੇ ਸੋਝੀ ਆਵੇਗੀ, ਭਟਕ ਕੇ ਥੱਕ ਜਾਣਗੇ। ਜਿਵੇਂ ਹਿਰਨ ਹੈ, ਮਾਰੂਥਲ 'ਚ ਰਹਿ ਰਿਹਾ ਹੈ, ਗਰਮੀਆਂ ਦਾ ਮੌਸਮ ਹੈ, ਸਿਖਰ ਦੁਪਹਿਰ, ਉਹਨੂੰ ਲੱਗੀ ਪਿਆਸ। ਜੇ ਗਰਮੀਆਂ ਦੇ ਮੌਸਮ 'ਚ ਸਿਖਰ ਦੁਪਹਿਰੇ ਧਰਤੀ ਦੇ ਵਿੱਚੋਂ ਭਾਫ਼ ਨਿਕਲਦੀ ਹੈ, ਤੁਸੀਂ ਐਂ ਟੇਢਾ ਹੋ ਕੇ ਕਦੇ ਤੁਸੀਂ ਦੇਖਿਓ, ਤੁਹਾਨੂੰ ਭਾਫ਼ ਨਿਕਲਦੀ ਵਿਖਾਈ ਦੇਵੇਗੀ। ਉਹ ਭਾਫ਼ ਜਿਹੜੀ ਹੈ ਦੂਰੋਂ ਪਾਣੀ ਲੱਗਦਾ, ਉਹਨੂੰ ਪਿਆਸ ਲੱਗੇ, ਸਮਝਦਾ ਉਹ ਪਾਣੀ ਹੈ, ਉੱਥੇ ਵਿਚਾਰਾ ਜਾਂਦਾ ਭੱਜਿਆ ਹੋਇਆ ਪਾਣੀ, ਉੱਥੇ ਪਾਣੀ ਕੋਈ ਨਹੀਂ, ਉਹਨੂੰ ਅੱਗੇ ਪਾਣੀ ਦਿਸਦਾ ਹੈ, ਫਿਰ ਉੱਥੇ ਭੱਜਿਆ ਜਾਂਦਾ। ਐਂ ਹੀ ਭਟਕਦਾ ਰਹਿੰਦਾ ਹੈ, ਭਟਕ ਕੇ ਕੀ ਹੁੰਦਾ, ਅਖੀਰ 'ਤੇ ਉਹ ਬਹਿ ਜਾਂਦਾ। ਜਦੋਂ ਬੈਠਦਾ, ਅਚਾਨਕ ਉਹਦਾ ਜਿਹੜਾ ਮੂੰਹ ਹੈ ਉਹਦੀ ਧੁਨੀ ਵੱਲ ਚਲੇ ਜਾਂਦਾ। ਕਈ ਵਾਰੀ ਪਾਣੀ ਦੀ ਖਾਤਰ ਭੱਜ ਨੱਠ ਕਰਦਾ, ਕਈ ਵਾਰੀ ਉਹਦੀ ਧੁਨੀ ਦੇ ਵਿੱਚ ਜਿਹੜੀ ਸੁਗੰਧੀ ਆਉਂਦੀ ਹੈ,
ਜਦੋਂ ਹਿਰਨ ਦੀ ਧੁਨੀ 'ਚ ਕਸਤੂਰੀ ਤਿਆਰ ਹੋ ਜਾਂਦੀ ਹੈ, ਫਿਰ ਉਹ 'ਚ ਸੁਗੰਧੀ ਆਉਂਦੀ ਹੈ। ਹਿਰਨ ਨੂੰ ਸਮਝ ਨਹੀਂ ਆ ਰਹੀ ਕਿ ਇਹ ਸੁਗੰਧੀ ਕਿੱਥੋਂ ਆ ਰਹੀ ਹੈ, ਉਹ ਸਮਝਦਾ ਬਾਹਰੋਂ ਆ ਰਹੀ ਹੈ, ਇਸ ਲਈ ਭੱਜਿਆ ਫਿਰਦਾ, ਨਹੀਂ ਗੱਲ ਬਣਦੀ। ਥੱਕ ਟੁੱਟ ਕੇ ਬੈਠ ਗਿਆ, ਅਚਾਨਕ ਉਹਦਾ ਮੂੰਹ ਉਹਦੀ ਧੁਨੀ ਵੱਲ ਨੂੰ ਚਲੇ ਗਿਆ। ਉਹਦੇ ਉਹ ਸੁਗੰਧੀ ਤਾਂ ਇੱਥੋਂ ਆ ਰਹੀ ਹੈ। ਉਹ ਸੁਗੰਧੀ ਉਹਨੂੰ ਇੰਨੀ ਪਿਆਰੀ ਲੱਗਦੀ ਹੈ ਕਿ ਉਹ ਚਾਹੇ ਭੁੱਖਾ ਹੈ ਉੱਥੇ ਮਰ ਜੇ, ਉੱਠਦਾ ਨਹੀਂ ਹੈ। ਉਹਦੀ ਉਦਾਹਰਨ ਦੇ ਕੇ ਗੁਰੂ ਮਹਾਰਾਜ ਬਾਣੀ ਰੇ ਸਮਝਾਉਂਦੇ ਨੇ ਬਈ ਸੁਗੰਧੀ ਤੇ ਹਿਰਨ ਦੀ ਧੁਨੀ ਜੇ ਹਿਰਨ ਦੇ ਅੰਦਰ ਹੈ, ਪਰ ਉਹਨੂੰ ਗਿਆਨ ਨਾ ਹੋਣ ਕਰਕੇ ਬਾਹਰ ਭਟਕਦਾ ਰਹਿੰਦਾ ਹੈ। ਜਦੋਂ ਉਹਨੂੰ ਗਿਆਨ ਹੁੰਦਾ ਕਿ ਸੁਗੰਧੀ ਤੇ ਮੇਰੇ ਅੰਦਰ ਹੈ, ਤੇ ਬਸ ਉਹਦਾ ਆਨੰਦ ਮਾਣਦੇ ਰਹਿੰਦੇ। ਗੁਰਬਾਣੀ ਕਹਿੰਦੇ ਸਾਰੇ ਸੁੱਖ ਸਭ ਕੁਝ ਤੁਹਾਡੇ ਅੰਦਰ ਹੈ, ਇਹ ਨਾਮ ਦੇ ਵਿੱਚ ਹੈ। ਸਾਰੇ ਸੁੱਖ ਪਰਮਾਤਮਾ ਦੇ ਨਾਮ ਵਿੱਚ ਨੇ, ਪਰ ਤੋਂ ਨਾ ਗਿਆਨ ਹੋਣ ਕੇ ਤੁਸੀਂ ਭਟਕਦੇ ਰਹਿੰਦੇ ਹੋ। ਅਤੇ ਜਦੋਂ ਗਿਆਨ ਹੋ ਜਾਂਦਾ ਫਿਰ ਤੁਸੀਂ ਜਿਉਂ ਲੱਗਦੇ ਹੋ ਨਾਮ ਜਪਣ, ਫਿਰ ਹਟਦੇ ਹੀ ਨਹੀਂ ਹੈਗੇ। ਇਸ ਲਈ ਹੈ ਤਾਂ ਅੰਦਰ ਹੀ ਸਭ ਕੁਛ, ਜੋ ਬ੍ਰਹਮੰਡ ਹੈ ਸੋਈ ਪਿੰਡ ਹੈ। ਜੋ ਸੰਸਾਰ ਵਿੱਚ ਹੈ, ਬ੍ਰਹਮੰਡ 'ਚ ਹੈ, ਉਹ ਸਭ ਕੁਛ ਸਾਡੇ ਅੰਦਰ ਇਸੇ ਸਰੀਰ 'ਚ ਹੈ। ਨਾਮ ਐਸੀ ਚੀਜ਼ ਪਰਮਾਤਮਾ ਨੇ ਅੰਦਰ ਰੱਖੀ ਹੈ ਵੀ ਜੋ ਬਾਣੀ ਪੜ੍ਹਦੇ ਬੰਦਾ ਪੜ੍ਹਦੇ ਹੈਰਾਨ ਹੁੰਦਾ ਕਿ ਪੜ੍ਹਨ ਨੂੰ ਜੀ ਸੋਚੀ ਹੋਈ ਜਾਂਦਾ ਵੀ ਕਮਾਲ ਵੀ ਇਹ ਇੱਕ ਸ਼ਬਦ ਹੈ, ਰਾਮ ਕਹਿ ਲਓ ਉਹਨੂੰ, ਦੋ ਅੱਖਰ ਭਾਖ, ਦੋ ਅੱਖਰ ਬੋਲਣੇ ਰਾਮ 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 ਰਾਮ, ਦੋ ਅੱਖਰਾਂ 'ਚ ਸਭ ਕੁਛ ਹੈ ਜੋ ਤੁਹਾਨੂੰ ਸੰਸਾਰ 'ਚ ਚਾਹੀਦਾ। ਦੋਨਾਂ ਅੱਖਰਾਂ ਆਪਣੇ ਚਾਰ ਨੇ ਵਸੇ ਨੇ ਵਾਹਿਗੁਰੂ। ਇਹ ਚਾਰ ਅੱਖਰਾਂ ਦੇ ਵਿੱਚ ਸਭ ਕੁਛ ਹੈ। ਇਹਨਾਂ ਚਾਰ ਅੱਖਰਾਂ ਨਾਲ ਸਭ ਕੁਛ ਪ੍ਰਾਪਤ ਕੀਤਾ ਜਾ ਸਕਦਾ ਹੈ। ਪਰ ਹੁਣ ਕੋਈ ਲੱਗੇ, ਦਿਲ ਲਾ ਕੇ ਦਿਨ ਰਾਤ ਲੱਗੇ ਤਾਂ ਹੀ ਗੱਲ ਬਣਦੀ। ਅਗਰ ਤੁਸੀਂ ਇਮਤਿਹਾਨ 'ਚ ਚੰਗੇ ਨੰਬਰ ਲੈਣੇ ਨੇ, ਫਿਰ ਤੁਹਾਨੂੰ ਦਿਨ ਰਾਤ ਮਿਹਨਤ ਕਰਨੀ ਪਏਗੀ ਨਾ, ਫਿਰ ਠੂਠ ਨਾਲ ਨਹੀਂ ਗੱਲ ਬਣੇ। ਜਦੋਂ ਸੋਝੀ ਆ ਗਈ ਕਿ ਨਾਮ ਦੇ ਵਿੱਚ ਇਤਨਾ ਕੁਛ ਹੈ ਵੀ ਮੈਂ ਤਾਂ ਐਵੇਂ ਹੀ ਭਟਕਦਾ ਰਿਹਾ, ਸਮਾਂ ਖਰਾਬ ਕਰ ਲਿਆ, ਬਸ ਫਿਰ ਤੁਸੀਂ ਲੱਗ ਜਾਓਗੇ। ਅਤੇ ਜਿਹੜੇ ਲੱਗ ਗਏ ਉਹ ਫਿਰ ਭਗਤ ਹੋ ਗਏ, ਉਹ ਭਗਤ ਹੋ ਗਏ। ਅਤੇ ਕਹਿੰਦੇ ਭਗਤ ਦੀ ਬਾਣੀ ਫਿਰ ਸੱਚੀ ਹੁੰਦੀ ਹੈ। ਭਗਤਾਂ ਦੀ ਬਾਣੀ ਸੱਚੀ ਹੈ ਤਾਂ ਹੀ ਆਪਾਂ ਪੜ੍ਹਦੇ ਨਾ। ਕੋਈ ਜੋ ਬੋਲਦੇ ਸੱਚ ਹੋ ਜਾਂਦਾ, ਜੋ ਲਿਖਦੇ ਨੇ ਉਹ ਸੱਚ ਹੁੰਦਾ ਹੈ। ਇਸ ਲਈ ਜਿੰਨਾ ਸਮਾਂ ਪਾਈ ਮਿਲੇ ਭਜਨ ਬੰਦਗੀ ਕਰੋ। ਠੀਕ ਹੈ, ਅਸੀਂ ਸੰਸਾਰੀ ਹਾਂ, ਅਸੀਂ ਘਰ-ਬਾਰ ਛੱਡ ਕੇ ਨਹੀਂ ਕਿਤੇ ਜਾ ਸਕਦੇ। ਫਿਰ ਰੋਟੀ ਪਾਣੀ ਲਈ ਫਿਰ ਸਾਨੂੰ ਇਹਨਾਂ ਕੋਲ ਹੀ ਆਉਣਾ ਪੈਣਾ। ਬਾਹਰ ਚਲੇ ਗਏ, ਫਿਰ ਉੱਥੇ ਡੇਰਾ ਵਸਾ ਲਿਆ, ਉਹ ਸਿਆਪਾ ਤਾਂ ਉਹੀ ਰਿਹਾ। ਕਿੱਥੇ 2 ਨੂੰ ਪਾਲਣਾ ਸੀ, ਕਿਤੇ 1000 ਨੂੰ ਪਾਲਣਾ ਪੈ ਗਿਆ। ਜ਼ਿੰਮੇਵਾਰੀ ਵਧਾ ਲਈ ਵਾਧੂ ਦੀ। ਚਾਲੇ ਥੇ ਹਰ ਮਿਲਣ ਕੋ ਵਿੱਚ ਅਟਕੋ ਚੀਤ, ਕਿਉਂ ਚੇਲੇ ਬਲ ਕੇ ਬਹੁਤ ਬਣਾ ਲਏ, ਉਹਨਾਂ 'ਚ ਲੱਗ ਗਏ ਬਸ। ਇਸ ਲਈ ਇਹ ਬੰਦੇ ਨੂੰ ਖੂਹ ਬਣਨਾ ਪਏਗਾ ਜਿਹਨੇ ਰੱਬ ਨੂੰ ਪ੍ਰਾਪਤ ਕਰਨਾ। ਇਹ ਜੇ ਖੂਹ ਰਹੇਗਾ ਨਾ, ਫਿਰ ਇਹਦੇ ਕੋਲ ਬਹੁਤ ਸਮਾਂ ਆਪਣੇ ਥਾਂ 'ਤੇ ਬੈਠਾ ਭਜਨ ਬੰਦਗੀ ਕਰਦੇ ਰਹੋ, ਕਰਦੇ ਰਹੋ, ਕਰਦੇ ਰਹੋ, ਕਰਦੇ ਰਹੋ। ਪਿਆਸੇ ਦੀ ਜਦੋਂ ਤੁਸੀਂ ਕੋਈ ਸ਼ਬਦ ਦੇ ਕੇ ਪਿਆਸ ਮਿਟਾ ਦੋਗੇ ਨਾ, ਉਹ ਵੀ ਤੁਹਾਨੂੰ ਕੁਛ ਦੇ ਕੇ ਜਾਏਗਾ। ਸਮਝ ਨਹੀਂ ਜਾਂਦਾ। ਜਿਨ੍ਹਾਂ ਨੂੰ ਗਿਆਨ ਹੈ ਨਾ ਬਈ ਜਦੋਂ ਸਾਧੂ ਜਾਂ ਗੁਰੂ ਨੂੰ ਮਿਲਣ ਜਿਹਦੇ ਖਾਲੀ ਹੱਥ ਨਹੀਂ ਜਾਈਦਾ। ਨਜ਼ਰਾਨੇ ਵਜੋਂ, ਭੇਟਾ ਵਜੋਂ ਕੁਛ ਨਾ ਕੁਛ ਜ਼ਰੂਰ ਲੈ ਕੇ ਜਾਈਦਾ। ਅਤ ਗਰੀਬ ਉਹ ਇੱਕ ਫੁੱਲ ਹੀ ਲੈ ਜਾਓ, ਫੁੱਲ ਹੀ ਭੇਟਾ ਕਰ ਦਿਓ, ਖਾਲੀ ਹੱਥ ਨਹੀਂ ਜਾਣਾ ਚਾਹੀਦਾ। ਇਹ ਨਹੀਂ ਕਿ ਦੂਜਾ 100 ਰੁਪਏ ਮੱਥਾ ਟੇਕ ਰਿਹਾ ਅਤੇ ਜ਼ਰੂਰੀ ਨਹੀਂ ਆਪਾਂ। ਸਾਡਾ ਸਰਦਾਰ ਮਨਜੀਤ ਸਿੰਘ ਜੀ ਹੁੰਦੇ ਸਨ, ਉਹ ਹਮੇਸ਼ਾ 5 ਰੁਪਏ ਮੱਥਾ ਟੇਕਦੇ ਸਨ ਸੰਤਾਂ ਨੂੰ। ਸਾਡੇ ਬਾਰੇ ਤਾਂ 100 ਵੀ ਟੇਕ ਦਿੰਦੇ ਸੀ।
ਉਹ ਜਦੋਂ 5 ਰੁਪਏ ਟੇਕਦੇ ਸਨ ਵੀ ਇਕੱਲਾ ਕਮਾਉਣ ਵਾਲਾ। ਇਹ ਥੋੜ੍ਹਾ ਵੀ ਹਾਂ ਜੀ ਜੈਮਲ ਸਿੰਘ 100 ਟੇਕ ਰਿਹਾ ਅਤੇ ਮੈਂ ਵੀ 100 ਟੇਕਣਾ, ਆਪਣੀ ਜੇਬ ਵੀ ਤਾਂ ਵੇਖਣੀ। ਜਿੰਨੀ ਗੱਲ ਤੇ ਅੰਦਰ ਸ਼ਰਧਾ ਭਾਵਨਾ ਦੀ ਹੈ। ਚਾਹੇ ਤੁਸੀਂ ਸਾਧੂ ਹੋ, ਚਾਹੇ ਤੁਸੀਂ ਖੂਹ ਹੋ, ਅਤੇ ਚਾਹੇ ਤੁਸੀਂ ਦਰਿਆ ਹੋ, ਰੌਲਾ ਤੇ ਰੋਟੀ ਪਾਣੀ ਦਾ। ਬਾਕੀ ਭਜਨ ਬੰਦਗੀ ਜਿੱਥੇ ਬਹਿ ਕੇ ਗੱਲ। ਸਾਧੂ ਕੋਲ ਤਾਂ ਲੋਕਾਂ ਨੇ ਆਉਣਾ ਹੀ, ਲੋੜਵੰਦ ਨੇ ਆਉਣਾ ਹੀ ਆਉਣਾ। ਕਿ ਬਹੁਤ ਅਮੀਰ ਹੈ ਤੇ ਤੁਸੀਂ ਕਹਤਾ ਆਹ ਪਾਠ ਕਰ ਤੇਰੇ ਘਰ ਪੁੱਤਰ ਹੋਏਗਾ, ਹੋ ਗਿਆ, ਉਹ ਤੁਹਾਨੂੰ ਮਾਲਾ ਮਾਲ ਕਰ ਜਾਏਗਾ, ਥੱਬਾ ਸਾਰੀ ਚੀਜ਼ਾਂ ਲੈ ਕੇ ਗਾ ਲਓ ਜੀ ਬਾਬਾ ਜੀ, ਆਹ ਲਓ ਜੀ, ਬਹੁਤਾ ਅਮੀਰ ਹੋ ਗਿਆ, ਕਾਰ ਭੇਟ ਕਰ ਜਾਏਗਾ। ਸੋ ਇਹ ਨਹੀਂ ਚਿੰਤਾ ਕਰਨੀ ਵੀ ਮੈਂ ਖੂਹ ਆ ਬੈਠਾ, ਨਹੀਂ, ਸਗੋਂ ਖੂਹ ਰਹੋ, ਫਾਇਦਾ ਰਹੇਗਾ, ਜ਼ਿੰਮੇਵਾਰੀਆਂ ਨਹੀਂ ਹੋਣਗੀਆਂ। ਜੇ ਤੇ ਡੇਰਾ ਬਣਾ ਲਿਆ ਜ਼ਿੰਮੇਵਾਰੀਆਂ ਵੱਧ ਜਾਣੀਆਂ ਨੇ। ਇਹ ਜਿੱਡਾ ਵੱਡਾ ਸਿਰ ਓਡੀ ਵੱਡੀ ਸਿਰਦਰਦੀ ਫਿਰ ਹੋਦੀ ਹੁੰਦੀ। ਸੋ ਇਸ ਲਈ ਜਿੰਨਾ ਭਜਨ ਬੰਦਗੀ ਕਰਨੀ ਉਹ ਬਹੁਤਾ ਖਲਾਰਾ ਨਹੀਂ ਜ਼ਿੰਦਗੀ 'ਚ ਪਾਉਂਦਾ। ਆਪਣਾ ਭਜਨ ਬੰਦਗੀ ਕਰੀ ਜਾਓ। ਪਰਮਾਤਮਾ ਨੇ ਜਦੋਂ ਪਰਮਾਤਮਾ ਦਾ ਅਸੀਂ ਨਾਮ ਜਪਦੇ ਹਾਂ, ਫਿਰ ਰੋਟੀ ਪਾਣੀ ਕੱਪੜੇ ਦੀ ਚਿੰਤਾ ਕਰਨੀ ਫਜ਼ੂਲ ਹੁੰਦੀ। ਇਹ ਇਹਦੇ ਮਤ ਤੈਨੂੰ ਵਿਸ਼ਵਾਸ ਹੀ ਨਹੀਂ। ਤੂੰ ਭਜਨ ਬੰਦੀ ਕੀ ਕਰਦਾ, ਫਿਰ ਤੂੰ ਰੋਟੀ ਪਾਣੀ ਕੱਪੜੇ ਦੇ ਫਿਰ ਫਿਕਰ ਕਰ ਰਹੇ, ਇਹਦੇ ਵਿੱਚ ਤੈਨੂੰ ਫਿਰ ਵਿਸ਼ਵਾਸ ਹੀ ਨਹੀਂ ਰੱਬ 'ਤੇ। ਪੁਰਾਤਨ ਸਾਧੂ ਮੈਂ ਕਈ ਵਾਰੀ ਜੀਵਨ ਪੜ੍ਹਦਾ ਉਹਨੂੰ, ਉਹ ਫਲਦਾਰ ਦਰਖਤ ਹੇਠਾਂ ਬੈਠੇ ਮਨ, ਉੱਤੋਂ ਅੰਬ ਡਿੱਗ ਪਿਆ। ਜੇ ਤਾਂ ਉਹਨਾਂ ਦੇ ਕੋਲ ਆ ਕੇ ਡਿੱਗਿਆ ਜਿੱਥੇ ਤੱਕ ਉਹਨਾਂ ਦਾ ਹੱਥ ਜਾਂਦਾ, ਫਿਰ ਤਾਂ ਅੰਬ ਚੱਕ ਕੇ ਖਾ ਲੈਂਦੇ ਸਨ। ਉੱਠ ਕੇ ਖਾ ਨਹੀਂ ਸਕਦੇ, ਉੱਠ ਕੇ ਚੱਕਣ ਨਹੀਂ ਸੀ ਜਾਂਦੇ। ਕਹਿੰਦੇ ਇਹ ਸਾਡੀ ਕਿਸਮਤ 'ਚ ਨਹੀਂ ਹੈ। ਜੋ ਸਾਡੀ ਪ੍ਰਲੱਭ 'ਚ ਹੋਵੇਗਾ ਉਹ ਸਾਡੇ ਕੋਲ ਆ ਕੇ ਡਿੱਗੇਗਾ। ਵਿਸ਼ਵਾਸ ਅਗਲੇ ਨੂੰ, ਵਿਸ਼ਵਾਸ ਹੋਣ ਕਰਕੇ ਜਿੱਥੇ ਸਾਧੂ ਬੈਠਾ ਉੱਥੇ ਸਭ ਕੁਛ ਆਈ ਜਾਏਗਾ। ਉਹਨੂੰ ਠੂਠਾ ਪੜ ਕੇ ਮੰਗਣ ਜਾਣ ਦੀ ਲੋੜ ਨਹੀਂ। ਸਿੱਖ ਧਰਮ 'ਚ ਵੀ ਜਿਹੜਾ ਮੰਗਣ ਜਾਂਦਾ ਉਹ ਸਾਧ ਨਹੀਂ ਹੁੰਦਾ। ਸਾਧ ਮੰਗਤਾ ਨਹੀਂ ਹੁੰਦਾ। ਸਾਧ ਨਾ ਕਿਸੇ 'ਤੇ ਨਿਰਭਰ ਹੁੰਦਾ ਹੈ, ਨਾ ਉਹ ਕਿਸੇ ਤੋਂ ਮੰਗਦਾ ਹੈ। ਆਪਣੀ ਮੌਜ ਨਾਲ ਕੋਈ ਦੇ ਗਿਆ ਸਤਿਕਾਰ ਵਜੋਂ ਉਹ ਚੀਜ਼ ਦੀ ਲੈ ਲੈਣੀ ਹੈ, ਮੰਗਦੇ ਨਹੀਂ। ਕਿਉਂ? ਉਹਨਾਂ ਨੂੰ ਪਤਾ ਮੈਂ ਜਿਹਦੀ ਭਜਨ ਬੰਦਗੀ ਕਰਦਾ ਆਪੇ ਮੈਨੂੰ ਦੇਗਾ, ਆਪੇ ਦੇਗਾ। ਔਰ ਜਿੱਥੇ ਹਾਂ ਉਸੇ ਦੇਵੇਗਾ। ਸੰਸਾਰੀ ਲੋਕਾਂ ਨੂੰ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਾਚੇ। ਹੁਣ ਜਿੱਥੇ ਦਾਣਾ ਪਾਣੀ ਲਿਖਿਆ ਉਹਨਾਂ ਨੂੰ ਉੱਥੇ ਖਾਣ ਜਾਣਾ ਪੈਂਦਾ। ਧਾਰਮਿਕ ਬੰਦੇ ਦਾਣਾ ਪਾਣੀ ਜਿੱਥੇ ਬੈਠੇ ਉੱਥੇ ਹੀ ਆ ਜਾਂਦੇ। ਹੁਣ ਲੋੜ ਹੀ ਨਹੀਂ। ਮੈਂ ਇੱਥੇ ਬੈਠਾ, ਫੋਰਨ ਕੰਟਰੀ ਤੋਂ ਬਦਾਮ ਆ ਰਹੇ ਨੇ, ਫੋਰਨ ਕੰਟਰੀ ਤੋਂ ਮੇਵੇ ਆ ਰਹੇ ਨੇ, ਫੋਰਨ ਕੰਟਰੀ ਤੋਂ ਆ ਰਿਹਾ, ਫੋਰਨ ਕੰਟਰੀ ਤੋਂ ਕਰੀਮ ਆ ਰਹੇ, ਫੋਰਨ ਕੰਟਰੀ ਤੋਂ ਲੋਸ਼ਨ ਆ ਰਿਹਾ, ਫੋਰਨ ਕੰਟਰੀ ਤੋਂ ਕੋਟੀਆਂ ਆ ਰਹੀਆਂ, ਫੋਰਨ ਕੰਟਰੀ ਤੋਂ ਜੁੱਤੀਆਂ ਆ ਰਹੀਆਂ ਨੇ। ਨਾ ਮੈਂ ਕਿਤੇ ਜਾਵਾਂ, ਨਾ ਗੱਲ ਨਾ ਬਾਤ। ਸੰਗਤ ਪਿਆਰ ਕਰਦੀ ਹੈ, ਉਸ ਕਈ ਆਉਂਦੇ ਪੁੱਛਦੇ ਨੇ ਬਾਬਾ ਜੀ ਕੀ ਚੀਜ਼? ਮੈਂ ਹੈ ਨਹੀਂ ਯਾਰ, ਮੇਰੇ ਕੋਲ 2-3 ਸਾਲ ਇਹ ਜਨਮਾਂ ਲਈ ਜੁੱਤੇ ਇਕੱਠੇ ਹੋ ਗਏ, ਮੈਂ ਕਰਨੇ ਨੇ ਵੀ ਨਹੀਂ। ਤੁਸੀਂ ਤੁਹਾਡਾ ਖਰਚਾ ਹੋਊਗਾ, ਮੈਂ ਪਾਉਣਾ ਕੋ ਨਹੀਂ, ਮੈਂ ਅੱਗੇ ਦੇ ਦਾਂਗਾ, ਕੀ ਫਾਇਦਾ ਬਈ? ਜਿਹੜੀ ਚੀਜ਼ ਦੀ ਮੈਨੂੰ ਲੋੜ ਹੈਗੀ ਉਹ ਉਹਨਾਂ ਕਿ ਚੰਗਾ ਪਿਆ ਫਲਾਣੀ ਚੀਜ਼ ਲੈ ਆਈ, ਤੂੰ ਜੇ ਜ਼ਰੂਰ ਲਿਆਉਣੀ ਆ ਲੈ ਆਈ ਬਸ। ਸੋ ਚਿੰਤਾ ਨਹੀਂ ਕਰੀ ਨਾਮ ਜਪਣ ਵਾਲੇ ਨੂੰ, ਚਾਹੇ ਤੁਸੀਂ ਪਰਿਵਾਰ ਵਾਲੇ ਚਾਹੇ ਇਕੱਲੇ ਹੋ, ਇਹ ਨਹੀਂ ਹੁੰਦਾ ਫਿਕਰ। ਜੇ ਪਰਿਵਾਰ ਵਾਲੇ ਤਾਂ ਪਰਮਾਤਮਾ ਤੁਹਾਡੇ ਪਰਿਵਾਰ ਦੀ ਵੀ ਚਿੰਤਾ। ਅਤੇ ਜੇ ਕਿਤੇ ਸਾਰਾ ਪਰਿਵਾਰ ਹੀ ਭਜਨ ਬੰਦਗੀ ਕਰਦਾ ਫਿਰ ਕਿਆ ਪਤਾ ਨਹੀਂ। ਫਿਰ ਤਾਂ ਮਾਂ ਦਾ ਸਤਿਕਾਰ ਹੀ ਬੜਾ ਹੁੰਦਾ। ਉਸ ਮਾਂ ਦਾ ਧਰਮ ਰਾਜ ਬਹੁਤ ਜ਼ਿਆਦਾ ਸਤਿਕਾਰ ਕਰਦਾ ਜਿਹਦੇ ਬੱਚੇ ਨਾਮ ਜਪਦੇ ਨੇ, ਬਾਣੀ ਪੜ੍ਹਦੇ। ਆਪਣੇ ਬੱਚੇ ਨੇ ਇਸ ਪਾਸੇ ਲਾਉਣੇ, ਨਹੀਂ ਤਾਂ ਫਿਰ ਛਿੱਤਰ ਪੈਣਗੇ। ਹਾਂ ਫਿਰ ਤੂੰ ਇਹੋ ਜਿਹੀ ਔਲਾਦ ਜੰਮ ਕੇ ਆਈ ਹੈ। ਇਹ ਮਾਂ ਦੀ ਬੜੀ ਵੱਡੀ ਡਿਊਟੀ ਹੈ।
ਤੁਸੀਂ ਕਿਵੇਂ ਆਪਣੇ, ਮੈਂ ਜਿਹੜੀ ਨਵੀਆਂ ਕੁੜੀਆਂ ਵਿਆਹੀਆਂ ਹੋਈਆਂ ਨੇ ਉਹਨਾਂ ਨੂੰ ਇੱਕੋ ਹੀ ਗੱਲ ਕਹਿਣਾ, ਮੈਂ ਬੀਬਾ ਸੁਣ, ਜੇ ਤੂੰ ਚਾਹੁੰਦੀ ਹੈ ਮੇਰਾ ਬੱਚਾ ਭਗਤ ਹੋਵੇ, ਆ ਲੈ ਪਾਠ 9 ਮਹੀਨੇ ਕਰਦੀ ਰਹਿ। ਪ੍ਰੈਗਨੈਂਸੀ ਹੋ ਗਈ ਤੇਰੀ, ਆ ਲੈ ਪਾਠ, ਤੇਰਾ ਬੱਚਾ ਜਿਹੜਾ ਪੈਦਾ ਹੋਵੇਗਾ ਭਗਤ ਹੀ ਹੋਵੇਗਾ, ਚਾਹੇ ਸਾਲ 2 ਸਾਲ ਠਗਤ ਹੋ ਜਾਏ ਜਵਾਨੀ 'ਚ, ਭਗਤ ਹੀ ਹੋਵੇਗਾ। ਕਿਉਂ? ਉਹਦੇ ਤੁਖਮ 'ਚ ਚਲੀ ਗਈ ਇਹ ਚੀਜ਼, ਇਹ ਨਾਮ ਬਾਣੀ ਤੁਖਮ ਰਾਹੀਂ ਉਹਦੇ 'ਚ ਚਲੀ ਗਈ ਹੈ। ਬਸ ਜਿਹੜਾ ਬੱਚਾ ਪੈਦਾ ਹੋਏਗਾ ਉਹ ਭਜਨ ਬੰਦਗੀ ਹੀ ਕਰੇਗਾ। ਸੋ ਇਸ ਲਈ ਮਾਵਾਂ ਦਾ ਫਰਜ਼ ਬਣਦਾ ਕਿ ਜਦੋਂ ਪ੍ਰੈਗਨੈਂਟ ਹੋ ਜਾਣ, ਪਹਿਲਾਂ ਤਾਂ ਭਜਨ ਬੰਦਗੀ ਕਰੋ ਪ੍ਰੈਗਨੈਂਸੀ ਲਈ, ਵੀ ਬੱਚਾ ਹੋਵੇ। ਕਈ ਨਾ ਬੀਬੀ ਦੀ ਹੁੰਦਾ ਨਹੀਂ ਹੈਗਾ, ਵੱਡੀ ਉਮਰ ਹੋ ਜਾਂਦੀ, ਪਰ ਜਦੋਂ ਪ੍ਰੈਗਨੈਂਸੀ ਹੋ ਜਾਏ ਫਿਰ ਪਾਠ ਕਰੋ ਵੀ ਬੱਚਾ ਠੀਕ ਠਾਕ ਹੋਵੇ ਅਤੇ ਨਾਮ ਜਪਣ ਵਾਲਾ ਹੋਵੇ। ਉਹ ਵੱਡਾ ਹੋ ਕੇ ਨਾਮ ਹੀ ਜਪੂਗਾ, ਆਪ ਵੀ ਸੁਖੀ ਰਹੇਗਾ ਅਤੇ ਮਾਂ ਦਾ ਵੀ ਸਤਿਕਾਰ ਕਰਾਏਗਾ। ਮਾਂ ਭਾਵੇਂ ਬਾਅਦ 'ਚ ਜਾਵੇ ਅਤੇ ਭਾਵੇਂ ਪਹਿਲਾਂ ਜਾਵੇ। ਧਰਮਰਾਜ ਉਸ ਮਾਂ ਦਾ ਬਹੁਤ, ਇੱਥੇ ਗਾਲਾਂ ਵੀ ਕੱਢੇ ਗੁਰਬਾਣੀ 'ਚ ਵੀ ਉਹ ਮਾਂ ਬਾਂਝ ਹੋ ਜਾਣੀ ਚਾਹੀਦੀ ਜਿਹਦਾ ਬੱਚਾ ਭਜਨ ਬੰਦਗੀ ਨਹੀਂ ਕਰੇ। ਕਿੰਨੀ ਵੱਡੀ ਗੱਲ ਹੈ। ਆਪਾਂ ਕਿਸੇ ਨੇ ਚੱਲ ਤੇਰੇ ਬੱਚਾ ਨਾ ਹੋਵੇ ਤਾਂ ਕਿੰਨੀ ਤਕਲੀਫ ਹੁੰਦੀ ਹੈ। ਅਰੇ ਲੜਨ ਤੱਕ ਜਾਂਦਾ, ਤੂੰ ਕੋੜਾ ਮੈਨੂੰ ਐਂ ਕਹਿਣ ਵਾਲਾ। ਪਰ ਬਾਣੀ ਹੈ ਨਾ, ਗੁਰੂ ਅੱਗੇ ਸਾਡਾ ਜ਼ੋਰ ਨਹੀਂ ਚੱਲਦਾ ਹੈ। ਇਸ ਲਈ ਆਪ ਵੀ ਨਾਮ ਜਪਣਾ, ਆਪਣੇ ਬੱਚਿਆਂ ਨੂੰ ਵੀ ਜਪਣ ਲਈ ਲਾਉਣਾ ਹੈ। ਨਾਮ ਜਪਣ ਵਾਲਾ, ਬਾਣੀ ਪੜ੍ਹਨ ਵਾਲਾ ਬੱਚਾ ਫੇਲ ਨਹੀਂ ਹੋਇਆ ਕਰਦਾ। ਮੈਨੂੰ ਐਸਾ ਕੋਈ ਬੱਚਾ ਨਹੀਂ ਮਿਲਿਆ ਜਿਹੜਾ ਪਾਠ ਕਰਦਾ ਹੋਵੇ ਤਾਂ ਫੇਲ ਹੋ ਗਿਆ ਹੋਵੇ। ਨੋ, ਪਹਿਲੀ MA ਮੈਂ ਪਾਠ ਕਰਦਾ ਬਿਨਾਂ ਕੀਤੀ, ਉਦੋਂ ਮੈਨੂੰ ਹੈ ਹੀ ਨਹੀਂ ਸੀ ਗਿਆਨ। ਫਿਰ ਜਦੋਂ ਮੈਨੂੰ ਮੇਰੇ ਪ੍ਰਿੰਸੀਪਲ ਨੇ ਗਿਆਨ ਕਰਾਤਾ, ਦੂਜੀ MA ਮੈਂ ਪਾਠ ਕਰਕੇ ਕੀਤੀ, ਪਹਿਲੀ ਨਾਲ ਵੱਧ ਨੰਬਰ ਆ ਗਏ। ਤੀਜੀ MA ਫਿਰ ਪਾਠ ਕਰਕੇ ਅਤੇ ਪਹਿਲੇ ਦੋਨਾਂ ਨਾਲ ਵੱਧ ਨੰਬਰ ਆ ਗਏ। ਨਹੀਂ ਤਾਂ ਅਗਲਾ ਕਹਿ ਜੀ ਇਹ ਪਾਠ ਹੀ ਕਰ ਦਿੰਦਾ, ਪੜ੍ਹਾਈ ਘੱਟ ਕਰ ਦਿੰਦਾ। ਨਹੀਂ, ਉਹ ਬਰਕਤ ਪਾਣੀ ਹੈ। ਜਿਵੇਂ ਬਾਣੀ ਨਾਮ ਤੁਹਾਡੀ ਕਮਾਈ 'ਚ ਬਰਕਤ ਪਾਉਂਦੀ ਨਾ। ਕਈ ਮੇਰੇ ਕੋਲ ਆ ਜਾਣੇ, ਇੱਕ ਬੀਬੀ ਆ ਗਈ, ਕਹਿੰਦੇ ਬਾਬਾ ਜੀ ਸਾਡੀਆਂ ਫੈਕਟਰੀਆਂ ਨੇ, ਸਾਨੂੰ ਬਹੁਤ ਕਮਾਈ, ਲੱਖਾਂ ਦੀ ਐਵੇਂ ਮੈਂ ਕਹਾਂ। ਮੈਂ ਵੀ ਜ਼ਿਆਦਾ ਕਮਾਈ ਇਸ ਲਈ ਨਹੀਂ ਆਈ, ਬਰਕਤ ਨਹੀਂ ਹੈ। ਮੈਂ ਕਦੇ ਕੋਈ ਭਜਨ ਬੰਦਗੀ ਕੀਤੀ ਹੈ ਕਿਸੇ ਜੀ ਨੇ ਘਰ 'ਚ ਕੀਤੀ, ਤੁਹਾਡੇ ਪਤੀ ਨੇ ਨਾ ਜੀ ਕਦੇ। ਕੋਈ ਪੁੰਨ ਦਾਨ ਕੀਤਾ ਹੋਵੇ, ਕੋਈ ਦਸਵੰਧ ਕੱਢਿਆ ਹੋਵੇ, ਉਹ ਵਿਚਾਰੀ ਉਲਟਾ ਮੈਨੂੰ ਪੁੱਛਦੇ ਵੀ ਦਸਵੰਧ ਕਿਹਨੂੰ ਕਹਿੰਦੇ ਨੇ। ਮੈਂ ਚਲੋ ਦਸਵਾਂ ਹਿੱਸਾ ਤਾਂ ਕੱਢਣਾ ਔਖਾ ਹੁੰਦਾ ਹਰ ਇੱਕ ਲਈ, ਚਲੋ 1-2% ਆਪਣੇ ਪਤੀ ਨੂੰ ਕਿਹਾ ਕਰੋ ਵੀ ਖਰਚੇ ਕੱਢ ਕੇ ਜੋ ਬਚਤ ਹੈ ਉਹਦਾ ਕੁਝ ਹਿੱਸਾ ਜੇ ਤੁਸੀਂ ਲੋੜਵੰਦਾਂ ਜਾਣੋ ਨਾ ਕਰ ਦਿਓ, ਨਹੀਂ ਗੁਰਦੁਆਰੇ ਮੰਦਰ ਦੇ ਦਿਓ, ਉਹ ਆਪੇ ਲੋੜ ਅਨੁਸਾਰ ਖਰਚਾ ਕਰ ਲੈਣਗੇ। ਕੋਈ ਪੁੰਨ ਦਾਨ ਕਰੋ, ਫਿਰ ਬਰਕਤ ਹੋਊਗੀ। ਮਾਂ ਨਾਲ ਪਾਠ ਕਰੋ, ਹੋ ਜਾਏਗੀ ਬਰਕਤ। ਫਿਰ 40 ਦੇ ਹਾਂਜੀ ਪਹਿਲਾਂ ਨਾਲ ਫਰਕ ਪਿਆ, ਫਜ਼ੂਲ ਦੇ ਖਰਚੇ ਘੱਟ ਗਏ ਨੇ। ਬਾਣੀ ਨਹੀਂ ਕੀਤਾ ਨਾ। ਸੋ ਇਸ ਲਈ ਬਾਣੀ ਨੂੰ ਪੜ੍ਹਨ ਨੂੰ ਜੀ ਕਰਦਾ ਬਾਣੀ ਪੜ੍ਹੀ ਜਾਓ, ਸਿਮਰਨ ਨੂੰ ਜੀ ਕਰਦਾ ਸਿਮਰਨ ਕਰੀ ਜਾਓ। ਇਹ 'ਚ ਵੱਡਾ ਛੋਟਾ ਕਿਹੜੇ ਚੱਕਰ 'ਚ ਨਹੀਂ ਪੈਣਾ, ਇਹ 'ਚ ਨਹੀਂ ਪੈਣਾ। ਜੇ ਸਿਮਰਨ ਪੁਜੋਗੇ, ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਇਹੋ ਹੈ ਕੋ ਤੁਸੀਂ ਕਹੋ ਇਹਦਾ ਮਤਲਬ ਸਿਮਰਨ ਉੱਚਾ, ਬਾਣੀ ਦੂਜੇ ਨੰਬਰ 'ਤੇ। ਬਾਣੀ ਵੀ ਪਰਮਾਤਮਾ ਨੂੰ, ਬਾਣੀ ਗੁਰੂ ਹੈ। ਜਿਹੜਾ ਸਿਮਰਨ ਹੈ, ਜਿਹੜਾ ਗੁਰਮੰਤਰ ਹੈ, ਉਹਦੇ ਗੁਰੂ ਨੇ ਦਿੱਤਾ, ਉਹਦੇ ਗੁਰੂ ਨੇ ਦਿੱਤਾ। ਮੈਂ ਮੰਨਦਾ ਕਿ ਗੁਰੂ ਤੋਂ, ਪਰਮਾਤਮਾ ਤੋਂ ਜਿਹੜਾ ਨਾਮ ਹੈ ਉਹ ਉੱਚਾ ਹੈ, ਇਹ 'ਚ ਕੋਈ ਸ਼ੱਕ ਨਹੀਂ। ਗੁਰੂ ਨਾਨਕ ਦੇਵ ਜੀ ਨੂੰ ਇੱਕ ਵਾਰੀ ਪੁੱਛਿਆ ਵੀ ਮਹਾਰਾਜ ਜੀ ਰੱਬ ਤੋਂ ਵੀ ਵੱਡਾ ਕੋਈ ਹੈ? ਕਹਿੰਦੇ ਹਾਂ ਹੈ। ਉਹ ਸੰਗਤ ਬੜੀ ਹੈਰਾਨ ਹੋਈ ਵੀ ਰੱਬ ਤੋਂ ਵੀ ਵੱਡਾ ਹੁੰਦਾ। ਕਹੇ ਜੀ ਉਹ ਕੌਣ ਹੈ? ਕਹਿੰਦੇ ਰੱਬ ਦਾ ਨਾਮ। ਉਹ ਕਿ ਵੱਡਾ ਹੈ?
ਕਹਿੰਦੇ ਜਿਹੜੇ ਭਗਤ ਹੋਏ ਨੇ ਇਹ ਰੱਬ ਦਾ ਨਾਮ ਜਪ ਜਪ ਕੇ ਇਹਨਾਂ ਨੇ ਰੱਬ ਨੂੰ ਆਪਣੇ ਵਸ 'ਚ ਕਰ ਲਿਆ। ਜਿਹੜੀ ਚੀਜ਼ ਤੁਹਾਨੂੰ ਵਸ 'ਚ ਕਰ ਲਿਓ ਤੁਹਾਡੇ ਤੋਂ ਤਗੜੀ ਹੋਈ ਨਾ, ਫਿਰ ਤੁਹਾਡੇ ਤੋਂ ਵੱਡੀ ਹੋਈ ਨਾ, ਕਿ ਇਹ ਨਾਮ ਰੱਬ ਤੋਂ ਵੀ ਵੱਡਾ ਹੈ। ਨਾਮ ਰੱਬ ਨੂੰ ਹੀ ਵਸ 'ਚ ਕਰ ਲੈਂਦਾ, ਹੋਰ ਤਾਂ ਗੱਲ ਛੱਡੋ। ਸੋ ਇਸ ਲਈ ਜਿਹੜਾ ਹੈ ਨਾਮ ਦੀ ਤਾਂ ਬਹੁਤ ਮਹਿਮਾ ਹੈ। ਪਰ ਭਗਤੀ ਵੀ ਸਾਡਾ ਗੁਰੂ ਹੋਣ ਕਰਕੇ, ਗੁਰਬਾਣੀ ਸਾਡਾ ਗੁਰੂ ਹੋਣ ਕਰਕੇ ਇਹ ਕੋਈ ਛੋਟੇ ਨਹੀਂ ਹੈਗਾ ਵੀ ਕਿ ਤੁਸੀਂ ਛੋਟਾ ਇਹਨੂੰ ਸਮਝ ਲਈਏ। ਇਹ ਆਪਣੇ ਆਪਣੀ ਰੁਚੀ ਪਿਛਲੇ ਜਨਮਾਂ ਕਰਕੇ ਹੁੰਦੀ ਹੈ। ਜਿਹੜਾ ਪਿਛਲੇ ਜਨਮ 'ਚ ਜ਼ਿਆਦਾ ਪਾਠ ਕਰਦਾ ਰਿਹਾ ਉਹ ਹੁਣ ਦਾ ਬਾਣੀ ਪੜ੍ਹਨ 'ਚ ਸ਼ੌਕ ਹੁੰਦਾ। ਜਿਹੜਾ ਸਿਮਰਨ ਕਰਦਾ ਪਿਛਲੇ ਜਨਮ ਜ਼ਿਆਦਾ, ਉਹਦਾ ਸਿਮਰਨ ਜ਼ਿਆਦਾ ਮਨ ਲੱਗੇਗਾ। ਇਸ ਲਈ ਮੇਰੇ ਕਹਿਣ ਦਾ ਮਤਲਬ ਚਾਹੇ ਬਾਣੀ ਪੜ੍ਹੋ ਚਾਹੇ ਸਿਮਰਨ ਕਰੋ, ਇਹ ਤੁਹਾਡੀ ਆਪਣੀ ਮਰਜ਼ੀ ਹੈ। ਇਹ ਵੱਡੇ ਛੋਟੇ ਦੇ ਚੱਕਰ ਤੁਸੀਂ ਨਹੀਂ ਪੈਣਾ। ਕਿੱਥੇ ਮਨ ਲੱਗਦਾ ਹੈ, ਕਿੱਥੇ ਸਾਡੀ ਬਿਰਤੀ ਲੱਗਦੀ ਹੈ, ਉਹਦੇ ਨੂੰ ਸਾਨੂੰ ਸਾਡੀ ਪ੍ਰਾਪਤੀ ਹੋਣੀ ਹੈ। ਸੋ ਗੁਰੂ ਮਹਾਰਾਜ ਕਹਿੰਦੇ ਮੇਰੇ ਕਰਤੇ ਇਵੇਂ ਭਾਮਦਾ ਮਨਮੁਖ ਪਰਮਾਣੇ। ਮੇਰੇ ਪਰਮਾਤਮਾ ਨੂੰ ਇਸ ਤਰ੍ਹਾਂ ਚੰਗਾ ਲੱਗਦਾ ਜਿਹੜੇ ਮਨਮੁਖ ਨੇ ਇਹ ਭਟਕਦੇ ਰਹਿਣ, ਕਦੇ ਕਿਸੇ ਜੂਨੀ 'ਚ ਕਦੇ ਕਿਸੇ ਜੂਨੀ। ਮੇਰੇ ਹਰ ਪ੍ਰਭ ਲੇਖ ਲਿਖਾਇਆ ਤੁਰ ਮਸਤਕ ਪੂਰਾ। ਕਹਿੰਦੇ ਤੁਰੋਂ ਹੀ ਜਿਸ ਦੇ ਮੱਥੇ 'ਤੇ ਪਰਮਾਤਮਾ ਨੇ ਲੇਖ ਲਿਖ ਦਿੱਤਾ ਹੈ ਵੀ ਤੂੰ ਨਾਮ ਜਪੇਂਗਾ। ਲੇਖ ਲਿਖਦਾ ਉਹਨੇ ਜਪਣਾ ਹੀ ਜਪਣਾ, ਕਿਉਂਕਿ ਉਹ ਲਿਖਦਾ। ਸਾਡੀ ਕਿਸਮਤ ਅਨੁਸਾਰ ਸਾਡਾ ਸੁਭਾਅ, ਸਾਡੀਆਂ ਆਦਤਾਂ ਹੋ ਜਾਂਦੀਆਂ। ਸਾਡੀ ਕਿਸਮਤ ਹੀ ਸਾਡਾ ਸੁਭਾਅ ਤੇ ਸਾਡੀ ਆਦਤਾਂ ਬਣਾਉਂਦੀ ਹੈ। ਹੁਣ ਪਰਮਾਤਮਾ ਨੇ ਧੁਰਾ ਹੀ ਮੱਥੇ 'ਤੇ ਲਿਖ ਦਿੱਤਾ ਹੈ। ਇਸ ਲਈ ਹਰ ਹਰ ਨਾਮ ਧਿਆਇਆ ਭੇਟਿਆ ਗੁਰਸੂਰਾ। ਫਿਰ ਮੱਥੇ 'ਤੇ ਲਿਖਤਾ ਸੀ ਕਿ ਤੂੰ ਨਾਮ ਜਪੇਂਗਾ। ਇਸ ਲਈ ਪਰਮਾਤਮਾ ਨੇ ਗੁਰੂ ਨਾਲ ਮੇਲ ਕਰਾਇਆ। ਹੁਣ ਗੁਰੂ ਗੁਰਮੰਤਰ ਦੇਵੇਗਾ ਤਾਂ ਹੀ ਜਪਾਂਗੇ ਨਾ। ਪਹਿਲਾਂ ਤਾਂ ਪਰਮਾਤਮਾ ਮੱਥੇ ਲਿਖਤਾ ਤੂੰ ਨਾਮ ਜਪੇਂਗਾ, ਫਿਰ ਉਹਦਾ ਗੁਰੂ ਨਾਲ ਮੇਲ ਕਰਾਉਂਦਾ। ਬੰਦਾ ਗੁਰੂ ਵਾਲਾ ਹੁੰਦਾ ਹੈ, ਗੁਰਮੰਤਰ ਮਿਲਦਾ, ਫਿਰ ਉਸਦਾ ਜਾਪ ਕਰਦਾ। ਹਰ ਹਰ ਨਾਮ ਧਿਆਇਆ ਭੇਟਿਆ ਗੁਰਸੂਰਾ। ਜਦੋਂ ਗੁਰੂ ਮਿਲ ਪਿਆ ਫਿਰ ਉਹ ਨਾਮ ਜਪਦਾ ਹੈ, ਕਿਉਂਕਿ ਮੱਥੇ 'ਤੇ ਲਿਖਿਆ ਤੂੰ ਨਾਮ ਜਪੇਂਗਾ, ਉਹ ਜਪੇਂਗਾ। ਹੁਣ ਸੰਤ ਈਸ਼ਰ ਸਿੰਘ ਜੀ ਮਹਾਰਾਜ, ਜਿਹਨੂੰ ਅੱਜ ਕੱਲ੍ਹ YPS ਸਕੂਲ ਕਹਿੰਦੇ ਨੇ, ਯਾਦਵਿੰਦਰ ਪਬਲਿਕ ਸਕੂਲ, ਇਹਦਾ ਪਹਿਲਾ ਨਾਂ ਸੀ ਮਾਡਰਨ ਸਕੂਲ, ਮਾਡਲ ਸਕੂਲ। ਇਹਦੇ ਨਾਮ ਦੇ ਪਹਿਲਾਂ ਮਾਡਲ ਸਕੂਲ, ਇਹ ਤਾਂ ਬਾਅਦ ਦੇ ਵਿੱਚ ਮਹਾਰਾਜ ਯਾਦਵਿੰਦਰ ਦੇ ਨਾਮ 'ਤੇ ਫਿਰ ਰੱਖਿਆ ਹੈ। ਇੱਥੇ ਪੜ੍ਹਦੇ ਹੁੰਦੇ ਸਾਨੂੰ, ਰਿਸ਼ਤੇਦਾਰਾਂ ਦੇ ਰਹਿੰਦੇ, ਪਟਿਆਲੇ ਉਹਨਾਂ ਦੇ ਰਿਸ਼ਤੇਦਾਰ ਸਨ। ਇੱਥੇ ਕਿਉਂ ਉਹਨਾਂ ਦੇ ਪਿੰਡ ਦਾ ਪ੍ਰਾਇਮਰੀ ਸਕੂਲ ਸੀ, ਫਿਰ ਇੱਥੇ ਆ ਕੇ 7ਵੀਂ ਤੱਕ ਪਹੁੰਚਦਿਆਂ ਹੋਇਆਂ ਉਹਨਾਂ ਸਾਰੀ ਸੁਖਮਨੀ ਸਾਹਿਬ ਯਾਦ ਕਰ ਲਈ, ਸਾਰਾ ਨਿਤਨੇਮ ਮੂੰਹ ਜ਼ਬਾਨੀ ਯਾਦ ਕਰ ਲਈ। ਸਵੇਰੇ 2 ਵਜੇ ਉੱਠਦੇ ਸਨ ਉਹ, ਵੀ ਇਹ ਜਿਨ੍ਹਾਂ ਦੇ ਮੈਂ ਰਹਿਣਾ ਇਹ ਡਿਸਟਰਬ ਨਾ ਹੋਣ। ਬੜਾ ਪੋਲੇ ਪੈਰੀ ਕੁੰਡਾ ਖੋਲ੍ਹ ਕੇ ਉਹਨਾਂ ਨੇ ਜਿਹੜਾ ਮੋਤੀ ਬਾਗ ਗੁਰਦੁਆਰਾ ਕਿ ਨਹੀਂ, ਇੱਥੇ ਜਿਹੜਾ ਸਰੋਵਰ ਹੈ ਇਹਨੂੰ ਕਹਿੰਦੇ ਸੀ ਸੁਧਾ ਸਰ, ਅੰਮ੍ਰਿਤ ਦਾ ਸਰੋਵਰ। ਇੱਥੇ ਆ ਕੇ ਸਰੋਵਰ 'ਚ ਕਰਨਾ ਇਸ਼ਨਾਨ, ਅਤੇ ਉਹਦੇ ਕੰਢੇ 'ਤੇ ਬੈਠ ਕੇ 7 ਸੁਖਮਨੀ ਸਾਹਿਬ ਦੇ ਪਾਠ ਕਰਦੇ ਸੀ ਸੂਰਜ ਚੜ੍ਹਨ ਤੱਕ। 7 ਸੁਖਮਨੀ ਸਾਹਿਬ ਦੇ ਪਾਠ ਕਰਕੇ ਫਿਰ ਨਿਤਨੇਮ ਕਰਦੇ ਸੀ, ਕਰਕੇ ਫਿਰ ਜਾ ਕੇ ਘਰ ਰੋਟੀ ਪਾਣੀ ਖਾ ਕੇ ਸਕੂਲ ਪੜ੍ਹ ਜਾਂਦੇ ਸੀ। ਦੇਖੋ ਜਿਨ੍ਹਾਂ ਨੇ ਬਣਨਾ ਹੁੰਦਾ ਕੁਝ ਪਹਿਲੇ ਲਿਖਿਆ ਹੋਇਆ ਨਾ। 7ਵੀਂ ਜਮਾਤ ਦੇ ਵਿੱਚ ਇੰਨੀ ਬਾਣੀ ਯਾਦ ਹੋਣੀ ਅਤੇ ਫਿਰ 2 ਵਜੇ ਰੋਜ਼ ਉੱਠਣਾ ਅਤੇ 7 ਸੁਖਮਨੀ ਸਾਹਿਬ ਦੇ ਪਾਠ ਕਰਨੇ ਨੇ, ਸਕੂਲ ਜਾਣ ਤੋਂ ਪਹਿਲਾਂ ਨਿਤਨੇਮ ਕਰਨਾ। ਐਂ ਕਰਦਿਆਂ 10ਵੀਂ 'ਚ ਆ ਗਏ, ਗਰਮੀਆਂ ਛੁੱਟੀਆਂ ਹੋਈਆਂ। ਇੱਕ ਤਾਂ ਸੰਤ ਈਸ਼ਰ ਸਿੰਘ ਜੀ ਹੋਏ ਨੇ, ਹਾਂਜੀ ਹਾਂ ਰੇਰੂ ਸਾਹਿਬ ਵਾਲੇ, ਅਤੇ ਇੱਕ ਹੋਏ ਨੇ ਅਤਰ ਸਿੰਘ ਜੀ ਮਸਤੂਆਣੇ ਵਾਲੇ।
ਇੱਕ ਅਤਰ ਸਿੰਘ ਜੀ ਮਸਤੂਆਣ ਵਾਲੇ ਹੋਏ ਨੇ, ਇੱਕ ਅਤਰ ਸਿੰਘ ਜੀ ਰੇਰੂ ਸਾਹਿਬ ਦੇ ਹੋਏ ਨੇ। ਦੁਰਾਹੇ ਤੋਂ ਜਿੱਧਰ ਪਾਣੀ ਆ ਰਿਹਾ ਨਹਿਰ, ਉਹ ਜਿਹੜਾ ਪਹਿਲਾ ਪੁਲ ਆਉਂਦਾ ਹੈ ਉਹ ਟੱਪ ਕੇ 2 ਪਿੰਡ ਛੱਡ ਕੇ ਰੇਰੂ ਸਾਹਿਬ ਪਿੰਡ, ਉੱਥੇ ਮਹਾਂਪੁਰਖ ਰਹਿੰਦੇ ਸੀ। ਹੁਣ ਦੇਖੋ ਸੰਤ ਅਤਰ ਸਿੰਘ ਜੀ ਵੀ ਉਸੇ ਵੇਲੇ ਨੇ, ਔਰ ਉਹਨਾਂ ਦਾ ਨਾਮ ਦੁਨੀਆ ਜਾਣਦੀ ਸੀ ਉਸ ਵੇਲੇ, ਪਰ ਉਹਨਾਂ ਦੇ ਪਿਛਲੇ ਜਨਮਾਂ ਦੇ ਸੰਯੋਗ ਦੂਜੇ ਸੰਤ ਅਤਰ ਸਿੰਘ ਰੇਰੂ ਸਾਹਿਬ ਵਾਲੇ ਨਾਲ ਸੀ। ਉਹ ਸੰਯੋਗ ਉਹਨਾਂ ਨੂੰ ਉੱਥੇ ਲੈ ਗਏ। ਉਹਨਾਂ ਨੂੰ ਕਹਿੰਦੇ ਜੀ ਮੈਂ ਡੇਰੇ ਰਹਿਣਾ। ਉਹ ਕਹਿੰਦੇ ਭਾਈ ਕਾਕਾ ਤੂੰ ਕੀ ਕਰਦਾ? ਕਹਿੰਦਾ ਮੈਂ 10ਵੀਂ 'ਚ ਪੜ੍ਹਦਾ। ਕਹਿੰਦੇ ਐਂ ਕਰ ਕਾਕਾ ਤੂੰ ਅੰਮ੍ਰਿਤ ਛਕ ਲੈ, ਪੜ੍ਹਾਈ ਵੀ ਜ਼ਰੂਰੀ ਹੁੰਦੀ ਹੈ, ਤੂੰ 10ਵੀਂ ਦਾ ਇਮਤਿਹਾਨ ਦੇ ਕੇ ਫਿਰ ਆ ਜੀ। ਲਓ ਜੀ 10ਵੀਂ ਦਾ ਇਮਤਿਹਾਨ ਦੇ ਗਏ, ਚਲੇ ਗਏ। ਅੰਮ੍ਰਿਤ ਛਕ ਹੀ ਲਿਆ ਸੀ ਪਹਿਲਾਂ ਜੀ। ਮੈਂ ਡੇਰੇ 'ਤੇ ਰਹਿਣਾ। ਮਹਾਂਪੁਰਖ ਕਹਿੰਦੇ ਭਾਈ ਡੇਰਿਆਂ 'ਤੇ ਰਹਿਣਾ ਬਹੁਤ ਔਖਾ ਹੁੰਦਾ ਹੈ। ਨਹੀਂ ਜੀ ਮੈਂ ਤਾਂ ਡੇਰੇ ਰਹਿ ਕੇ ਭਜਨ ਬੰਦਗੀ ਕਰਨੀ। ਉਹ ਕਹਿੰਦੇ ਭਾਈ ਡੇਰਿਆਂ 'ਤੇ ਰਹਿਣਾ ਬਹੁਤ ਔਖਾ ਹੁੰਦਾ। ਨਾ ਜੀ ਮੈਂ ਤਾਂ ਇੱਥੇ ਰਹਿਣਾ। ਕਹਿੰਦੇ ਸਾਡੀਆਂ 9 ਸ਼ਰਤਾਂ ਨੇ, ਸੁਣ ਲੈ, ਜੇ ਮਨਜ਼ੂਰ ਹੈ ਤਾਂ ਹਾਂ ਕਰ ਦੇ। ਕਹਿੰਦੇ ਦੱਸੋ ਜੀ। ਕਹਿੰਦੇ ਨੰਬਰ 1 ਥੋੜ੍ਹਾ ਖਾਣਾ, ਨੰਬਰ 2 ਥੋੜ੍ਹਾ ਸੌਣਾ, ਨੰਬਰ 3 ਥੋੜ੍ਹੇ ਲੋਕਾਂ ਨੂੰ ਮਿਲਣਾ, ਨੰਬਰ 4 ਥੋੜ੍ਹੀਆਂ ਗੱਲਾਂ ਕਰਨੀਆਂ, ਨੰਬਰ 5 ਨਾਮ ਜਪਣਾ, ਨੰਬਰ 6 ਬਾਣੀ ਪੜ੍ਹਨੀ ਹੈ, ਨੰਬਰ 7 ਸੇਵਾ ਕਰਨੀ ਹੈ, ਨੰਬਰ 8 ਧਾਰਮਿਕ ਗ੍ਰੰਥ ਪੜ੍ਹਨੇ ਨੇ, ਅਤੇ ਨੰਬਰ 9 ਹੈ ਜੇ ਤੈਨੂੰ ਕੋਈ ਆਬਾ ਤਬਾ ਬੋਲੇ ਅੱਗੋਂ ਚੁੱਪ ਰਹਿਣਾ। ਬੋਲ ਮਨਜ਼ੂਰ ਹੈ? ਕਹਿੰਦਾ ਹਾਂ ਮਨਜ਼ੂਰ ਹੈ। ਉਹ ਕਹਿੰਦੇ ਇੱਕ ਵਾਰੀ ਫਿਰ ਸੁਣ ਲੈ। ਇਸਤਰੀ ਸੁਣਾਤਾ। 19 ਸਾਲ ਦੇ ਸਨ ਜਦੋਂ ਆਏ, 23 ਸਾਲ ਦੇ ਸਨ ਜਦੋਂ ਸੰਤ ਅਤਰ ਸਿੰਘ ਜੀ ਸਵਰਗਵਾਸ ਹੋ ਗਏ, ਸਰੀਰ ਤਿਆਗ। ਦੋਨੋਂ 13 ਦਿਨਾਂ ਦੇ ਫਰਕ ਨਾਲ। ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲੇ ਅਤੇ ਸੰਤ ਅਤਰ ਸਿੰਘ ਰੇਰੂ ਸਾਹਿਬ ਵਾਲੇ। ਮਸਤੂਆਣੇ ਵਾਲੇ ਉਹਨੂੰ ਮਿਲੇ, ਕਹਿੰਦੇ ਭਾਈ ਮੈਂ ਤਾਂ ਸਰੀਰ ਤਿਆਰ। ਕਹਿੰਦੇ ਮੈਂ ਵੀ ਤੁਹਾਡੇ ਮਗਰ ਹੀ ਆ ਰਿਹਾ। 13 ਦਿਨਾਂ ਬਾਅਦ ਇਹਨਾਂ ਦੋਨੋਂ ਇੱਕ 13 ਦਿਨ ਦਾ ਫਰਕ ਸੀ ਜੋ ਸਰੀਰ ਤਿਆਗ। 1927 'ਚ 4 ਸਾਲ ਰਹੇ, 4 ਸਾਲਾਂ 'ਚ ਸੰਤ ਹੋ ਗਏ। ਦੇਖੋ ਫਿਰ ਕਿਉਂਕਿ ਉੱਥੇ ਹਾਲਾਤ ਬਦਲ ਗਏ। ਇਹ ਫਿਰ ਇੱਥੇ ਜਿਹੜਾ ਹੈ ਰਾੜਾ ਸਾਹਿਬ, ਇਹ ਗਿਆਨ ਸਿੰਘ ਰਾੜੇ ਵਾਲਾ ਹੁੰਦਾ ਸੀ ਕਦੇ ਮੁੱਖ ਮੰਤਰੀ, ਉਹਦੀ ਜ਼ਮੀਨ ਸੀ। ਇਹ 'ਚ ਟਿੱਬਿਆਂ 'ਤੇ ਕੇ ਰਹਿਣ ਲੱਗ ਪਏ ਅਤੇ ਭਗਤੀ ਕਰਦੇ ਰਹੇ ਅਤੇ ਹੌਲੀ ਹੋ ਗਏ। ਕਿਉਂਕਿ ਲਿਖ ਕੇ ਭੇਜਿਆ ਸੀ, ਉਸੇ ਤਰ੍ਹਾਂ ਦੀ ਰੁਚੀ, ਉਸੇ ਤਰ੍ਹਾਂ ਦੀ ਆਦਤਾਂ ਹੋ ਗਈਆਂ ਜਿਵੇਂ ਪਰਮਾਤਮਾ ਲਿਖ ਕੇ ਭੇਜਿਆ। ਇਸ ਲਈ ਹੈ ਮੇਰੇ ਹਰ ਪ੍ਰਭ ਲੇਖ ਲਿਖਾਇਆ, ਗੁਰ ਤੁਰ ਮਸਤਕ ਪੂਰਾ। ਕਹਿੰਦੇ ਗੁਰੂ ਨੇ, ਪਰਮਾਤਮਾ ਨੇ ਮੱਥੇ 'ਤੇ ਤੁਰੋਂ ਹੀ ਲੇਖ ਲਿਖ ਦਿੱਤਾ ਹੈ। ਫਿਰ ਕੀ ਹੋਇਆ? ਭੇਟਿਆ ਗੁਰਸੂਰ, ਗੁਰੂ ਨਾਲ ਮੇਲ ਹੋ ਗਿਆ। ਜੇ ਗੁਰੂ ਨਾਲ ਮੇਲ ਹੈ ਫਿਰ ਕੀ ਕੀਤਾ? ਹਰ ਹਰ ਨਾਮ ਧਿਆਇਆ, ਫਿਰ ਨਾਮ ਜਪਿਆ। ਮੇਰਾ ਪਿਤਾ ਮਾਤਾ ਹਰ ਨਾਮ ਹੈ, ਹਰ ਬੰਦਪ ਵੀਰਾ। ਕਹਿੰਦੇ ਪਰਮਾਤਮਾ ਦਾ ਨਾਮ ਹੀ ਜਿਹੜਾ ਮੇਰਾ ਪਿਤਾ ਹੈ, ਪਰਮਾਤਮਾ ਦਾ ਨਾਮ ਹੀ ਮੇਰੀ ਮਾਤਾ ਹੈ, ਪਰਮਾਤਮਾ ਦਾ ਨਾਮ ਹੀ ਮੇਰਾ ਬੰਦਪ ਰਿਸ਼ਤੇਦਾਰ ਹੈ, ਪਰਮਾਤਮਾ ਦਾ ਨਾਮ ਵੀਰ ਹੈ, ਮੇਰਾ ਭਰਾ ਹੈ। ਇਹ ਸਾਰੇ ਸਭ ਕੁਛ ਹੀ ਪੰਜ ਪਾਤਸ਼ਾਹੀ ਕਹਿੰਦੇ ਨੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਦਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂ ਭਉ ਕਿਹਾ ਕੌੜਾ ਜੀਉ। ਕਦੇ ਫਿਰ ਕਾਹਦੀ ਚਿੰਤਾ? ਮੈਂ ਤਾਂ ਰੱਟਾ ਲਾਇਆ ਤੇ ਬੋਲਦਾ ਤੇ ਸੁਣ ਲੈ। ਪਰ ਇਸ ਅਵਸਥਾ 'ਤੇ ਪਹੁੰਚਣੇ ਕਿ ਰੱਬ ਹੀ ਮੇਰਾ ਸਭ ਕੁਛ ਹੈ। ਜਦੋਂ ਇੱਥੇ ਆ ਜਾਵਾਂਗੇ ਫਿਰ ਰੱਬ ਹੀ ਵਾਕਈ ਹੋਏਗਾ। ਫਿਰ ਤਾਂ ਚਿੰਤਾ ਕਰਨ ਦੀ ਲੋੜ ਹੈ, ਫਿਰ ਚਿੰਤਾ ਉਹਨੂੰ ਹੈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਫਿਰ ਉਹਨੂੰ ਚਿੰਤਾ ਹੋ ਜਾਂਦੀ।
ਵੀ ਅਸੀਂ ਕਹਿੰਦਾ ਹੈ ਪ੍ਰਭਾ ਤੂੰ ਮੇਰਾ ਬਾਪ ਹੈ, ਮਾਂ ਵੀ ਤੂੰ ਹੈ, ਮੇਰਾ ਭਰਾ ਵੀ ਤੂੰ ਹੈ, ਮੇਰੀ ਭੈਣ ਵੀ ਤੂੰ ਹੈ, ਰਿਸ਼ਤੇਦਾਰ ਵੀ ਤੂੰ ਹੈ, ਮੇਰਾ ਤੂੰ ਸਭ ਕੁਛ ਹੈ ਬਸ। ਉਹ ਕਹਿੰਦਾ ਅੱਛਾ ਲੈ ਫਿਰ। ਅਤੇ ਹੁਣ ਜਿਹਦਾ ਬਾਪ ਰੱਬ ਹੋਵੇ, ਹੁਣ ਆਪਣਾ ਬਾਪ ਹੋਵੇ ਅਮੀਰ, ਹੁੰਦੇ ਨੇ ਜਵਾਕ ਨੂੰ ਮੌਜ, ਨਹੀਂ ਮੌਜ ਨਹੀਂ। ਅਤੇ ਜਿਹਦਾ ਬਾਪ ਰੱਬ ਹੋਵੇ ਉਹਨੂੰ ਦੱਸੋ ਕਿਆ ਫਿਕਰ ਫਾਕਰ। ਪਰ ਹੁਣ ਬੜੀ ਭਜਨ ਬੰਦਗੀ ਕਰਨ ਤੋਂ ਬਾਅਦ ਅਸੀਂ ਇਸੇ ਪਹੁੰਚਣੇ। ਇਹ ਤਾਂ ਸਾਡੇ ਆਦਰਸ਼ ਹੈ। ਹੁਣ ਇਹ ਅਸੀਂ ਨਾ ਕਹਿ ਸਕਦੇ ਹਾਂ ਅਤੇ ਨਾ ਅਸੀਂ ਇਸ ਦੇ ਯੋਗ ਹਾਂ ਕਿ ਹੇ ਪਰਮਾਤਮਾ ਤੂੰ ਹੀ ਮੇਰਾ ਬਾਪੂ ਹੈ, ਤੂੰ ਹੀ ਬੇਬੇ ਹੈ। ਜਿੱਦੇ ਹੋ ਗਿਆ ਨਾ, ਉਹ ਕਹਿੰਦੇ ਅੱਛਾ ਫਿਰ ਮਾਂ ਬਾਪ ਦਾ ਫਰਜ਼ ਹੁੰਦਾ ਬੱਚੇ ਨੂੰ ਪਾਲਣਾ, ਬਸ ਰੱਬ ਫਿਰ ਪਾਲੇਗਾ, ਤੁਸੀਂ ਨਿਸ਼ਚਿੰਤ ਹੋ ਜਾਓਗੇ। ਵੈਸੇ ਤਾਂ ਜਿਹੜਾ ਨਾਮ ਜਪਦਾ ਰੱਬ ਨੂੰ ਪਾਲਦਾ ਹੈ। ਜਿਹੜਾ ਰੱਬ ਦਾ ਨਾਮ ਜਪਦਾ ਰਹਿੰਦਾ ਰੱਬ ਉਹਨੂੰ ਪਾਲਦਾ ਹੈ। ਵੈਸੇ ਜਪਦੇ ਰਿਹਾ ਕਰੋ। ਦੂਜਿਆਂ ਨੇ ਪਤਾ ਨਹੀਂ ਸਾਨੂੰ ਪਾਲਣਾ ਹੈ ਕਿ ਨਹੀਂ ਪਾਲਣਾ, ਦੂਜੇ ਪਤਾ ਕਿਸੇ ਸਾਡੀ ਸੇਵਾ ਕਰਨੀ ਹੈ ਕਿ ਨਹੀਂ। ਨਾਮ ਜਪਦੇ ਰਹੋ, ਪਰਮਾਤਮਾ ਆਪੇ ਹੀ ਬਿੱਧ ਬਣਾ ਦੇ, ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ। ਕੋਈ ਨਾਮ ਜਪਦੇ ਰਹੋ। ਕਈਆਂ ਕਹਿਣਾ ਜੀ ਤੁਹਾਡੇ ਬਾਲ ਬੱਚਾ ਹੈ ਨਹੀਂ ਜੀ, ਬੁਢਾਪੇ 'ਚ ਬੜਾ ਔਖਾ ਹੋ ਜਾਏਗਾ ਜੀ, ਕੌਣ ਕਰੇਗਾ ਸੇਵਾ ਜੀ। ਕਹਿੰਦੇ ਰਿਸ਼ਤੇਦਾਰ ਵੀ ਕਹਿੰਦੇ ਨੇ ਅੱਜ ਤਾਂ ਤੁਸੀਂ ਚੰਗੇ ਭਲੇ ਹੋ ਜੀ, ਤੁਸੀਂ ਕਹਿੰਦੇ ਨਹੀਂ ਸਾਨੂੰ ਤਾਂ ਲੋੜ ਨਹੀਂ ਹੈਗੀ, ਬੁਢਾਪੇ 'ਚ ਮੰਜੇ 'ਤੇ ਪੈ ਗਏ ਫਿਰ ਕੌਣ ਸੇਵਾ ਕਰੇਗਾ। ਪਰ ਨਹੀਂ, ਸਾਡੇ ਮਨ 'ਚ ਆਇਆ ਹੀ ਨਹੀਂ ਹੈ ਬਈ ਜਿਹਦੀ ਅਸੀਂ ਭਜਨ ਬੰਦਗੀ ਕਰਦੇ ਉਹ ਕਰੇਗਾ, ਕਰਾਏਗਾ, ਉਹਦਾ ਕੰਮ ਹੈ। ਅਤੇ ਦੇਖੋ ਫਿਰ ਬੀਬੀ ਦੀ ਸੇਵਾ ਕਰਾਤੀ ਕਿ ਨਹੀਂ ਤੈਨੂੰ ਸਰ। ਘਰ ਦੇ ਜੀਅ ਵੀ ਉਕਤਾ ਜਾਂਦੇ, ਸੱਚੀ ਗੱਲ ਹੈ। ਇੰਨੀ ਸੇਵਾ ਕਰਨੀ ਪੈਣੀ। ਉਹਦੇ ਪੇਕੇ ਵੀ ਮੰਨਦੇ ਸਨ ਵੀ ਹਾਂ ਸਾਡੀ ਭੂਆ ਦੀ ਬਹੁਤ ਸੇਵਾ ਹੋ ਰਹੀ, ਸੰਗਤ ਨੇ ਕੀਤੀ। ਆਪੇ ਪਰਮਾਤਮਾ ਬਿੱਧ ਬਣਾਉਂਦਾ ਹੈ। ਭਜਨ ਬੰਦਗੀ ਕਰਨ ਵਾਲਿਆਂ ਨੂੰ ਚਿੰਤਾ ਨਹੀਂ ਕਰਨੀ ਚਾਹੀਦੀ, ਚਿੰਤਾ ਤਿਸ ਹੀ ਹੈ। ਸਾਨੂੰ ਚਿੰਤਾ ਕਰਨੀ, ਅਸੀਂ ਵੱਧ ਤੋਂ ਵੱਧ ਭਜਨ ਬੰਦਗੀ ਕਰੀਏ। ਅੱਜ ਥੋੜ੍ਹੀ ਹੋਈ, ਕੱਲ੍ਹ ਤੋਂ ਵੱਧ ਕਰੀਏ, ਤੋਂ ਵੱਧ ਕਰੀਏ, ਤੋਂ ਵੱਧ ਕਰੀਏ, ਬਸ ਆਹ ਚਿੰਤਾ ਹੋਣੀ ਚਾਹੀਦੀ। ਇਹ ਚਿੰਤਾ ਹੋਣੀ ਚਾਹੀਦੀ ਹੈ ਕਿ ਮੈਂ ਭਜਨ ਦੀ ਜ਼ਿਆਦਾ ਕਰ ਸਕਦਾ ਸੀ, ਮੈਂ ਥੋੜ੍ਹੀ ਕੀਤੀ, ਹੋਰ ਕਰਾਂ ਹੋਰ ਕਰਾਂ ਹੋਰ ਕਰਾਂ ਬਸ। ਅਤੇ ਫਿਰ ਮਹਾਂਪੁਰਖਾਂ ਦੇ ਕਹਿਣਾ ਕਿ ਜਿਉਂ ਜਿਉਂ ਤੁਹਾਡੀ ਭਜਨਬੰਦੀ ਵਧੇਗੀ ਨਾ ਤਿਉਂ ਤੁਹਾਨੂੰ ਵੇਲ ਹੋ ਜਾਏਗੀ। ਅੱਜ ਤਾਂ ਬੰਦੇ ਮੇਰੇ ਕੋਲ ਸਿਰ ਖੁਰਕਣ ਨੂੰ ਵੇਲ ਨਹੀਂ ਹੈ। ਕਹਿੰਦਾ ਕਿ ਨਹੀਂ ਕਹਿੰਦਾ ਪਾਠ ਕਰੇਗਾ ਉਹ ਯਾਰ ਸਿਰ ਖੁਰਕਣ ਨੂੰ ਵੇਲ ਨਹੀਂ, ਫਿਰ ਵੇਲੇ ਹੀ ਵੇਲੇ, ਫਿਰ ਅਸੰਤ ਮਾਤਾ ਵੇਲੇ ਹੀ ਨੇ। ਗੱਡੀਆਂ ਕਿੱਡੀਆਂ ਕੋਲ, ਸੇਵਾਦਾਰ ਅੱਗੇ ਪਿੱਛੇ ਟੀ ਕਰਦੇ ਫਿਰਦੇ ਨੂੰ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ। ਇਹ ਕਲਾਸ ਕੋਠੀਆਂ 'ਚ ਰਹਿੰਦੇ, ਸਾਰੀਆਂ ਸੁੱਖ ਸਹੂਲਤਾਂ। ਕੋਈ ਖੇਤੀਬਾੜੀ ਤਾਂ ਨਹੀਂ ਕਰਦੇ, ਕੋਈ ਦਿਹਾੜੀ ਨਹੀਂ ਕਰਦੇ, ਕੋਈ ਡਿਊਟੀ 'ਤੇ ਨਹੀਂ ਜਾਂਦੇ, ਬਸ ਆਪੇ ਪਰਮਾਤਮਾ ਭੇਜਦਾ ਹੈ। ਇਸ ਲਈ ਗੁਰੂ ਮਹਾਰਾਜ ਸਾਨੂੰ ਵਾਰੀ ਵਾਰੀ ਇਹ ਯਾਦ ਕਰਾਉਂਦੇ, ਮੇਰਾ ਪਿਤਾ ਮਾਤਾ ਹਰ ਨਾਮ ਹੈ, ਹਰ ਬੰਦਪ ਬੀਰਾ। ਮੇਰਾ ਪਿਤਾ, ਮੇਰੀ ਮਾਂ, ਮੇਰਾ ਰਿਸ਼ਤੇਦਾਰ, ਮੇਰਾ ਭਰਾ ਪਰਮਾਤਮਾ ਦਾ ਨਾਮ ਹੈ। ਹਰ ਹਰ ਬਖਸ਼ ਮਿਲਾਏ ਪ੍ਰਭ, ਜਨ ਨਾਨਕ ਕੀਰਾ। ਕੀਰਾ ਕੀੜਾ ਭਾਵ ਨਿਮਾਣਾ, ਮੈਂ ਤੇ ਨਿਮਾਣਾ ਹਾਂ। ਇਹ ਪਰਮਾਤਮਾ ਹੀ ਬਖਸ਼ ਕੇ ਮੈਨੂੰ ਆਪਣੇ ਨਾਲ ਮਿਲਾਏਗਾ। ਪਰਮਾਤਮਾ ਹੀ ਬਖਸ਼ਦਾ, ਫਿਰ ਬਖਸ਼ ਕੇ ਫਿਰ ਆਪਣੇ ਨਾਲ ਮਿਲਾਉਂਦਾ ਹੈ। ਕਿਉਂਕਿ ਜਦੋਂ ਪਰਮਾਤਮਾ ਨੇ ਬਖਸ਼ਣਾ ਹੁੰਦਾ ਨਾ, ਉਹਦੇ ਔਗਣ ਹੀ ਨਹੀਂ ਵੇਖਦਾ। ਜਿੱਥੇ ਪਿਆਰ ਹੁੰਦਾ ਤੇ ਔਗਣ ਦਿਸਦਾ ਹੀ ਨਹੀਂ। ਮੈਂ ਦੇਖਿਆ ਆਪਣੇ ਦੋਸਤ ਵਿੱਚ, ਆਪਣੇ ਪਿਆਰੇ 'ਚ ਔਗਣ ਦਿਸਦਾ ਹੀ ਨਹੀਂ। ਦੁਸ਼ਮਣ 'ਚ ਔਗਣ ਹੀ ਔਗਣ ਦਿਸਦੇ ਨੇ, ਉਹ 'ਚ ਕੋਈ ਗੁਣ ਨਹੀਂ ਦਿਸਦਾ। ਦੇਖੋ ਸਾਡਾ ਜਿਹੜਾ ਦੁਸ਼ਮਣ ਹੈ, ਸਾਨੂੰ ਉਹ 'ਚ ਔਗਣ ਹੀ ਔਗਣ ਦਿਸਣਗੇ, ਗੁਣ ਕੋਈ ਦਿਸੇਗਾ ਹੀ ਨਹੀਂ। ਅਤੇ ਜਿਹੜਾ ਸਾਡਾ ਪਿਆਰਾ ਹੈ ਉਹ 'ਚ ਔਗਣ ਹੀ ਕੋਈ ਨਹੀਂ ਦਿਸਦਾ, ਗੁਣ ਹੀ ਗੁਣ ਦਿਸਦੇ। ਅਤੇ ਜਦੋਂ ਅਸੀਂ ਰੱਬ ਦੇ ਪਿਆਰੇ ਹੋ ਜਾਵਾਂਗੇ ਨਾ, ਉਹ ਸਾਡੇ ਔਗਣਾਂ ਨੂੰ ਯਾਦ ਹੀ ਨਹੀਂ ਕਰੇਗਾ। ਉਹ ਕਹੇ ਜਾ ਯਾਰ ਤੇਰਾ ਸਾਰਾ ਕੁਛ ਮਗਰਲਾ ਮੁਆਫ ਕੀਤਾ, ਨਿਬੜਿਆ ਕੰਮ।
ਦਾਤੇ ਦੀ ਮਰਜ਼ੀ। ਅਸੀਂ ਪੌੜੀਆਂ ਚੜ੍ਹ ਰਹੇ ਹਾਂ, ਯਤਨਸ਼ੀਲ ਹਾਂ, ਪੌੜੀਆਂ ਚੜ੍ਹ ਰਹੇ ਹਾਂ, 9ਵੀਂ 10ਵੀਂ ਮੰਜ਼ਿਲ 'ਤੇ ਜਾਣਾ ਹੈ, 5ਵੀਂ ਮੰਜ਼ਿਲ 'ਤੇ ਪਹੁੰਚੇ। ਗੁਰੂ ਮਹਾਰਾਜ ਲਿਫਟ ਲੈ ਕੇ ਆ ਗਏ। ਲੈ ਵੀ ਸਿੱਖਾ ਬੈਠ ਲਿਫਟ 'ਤੇ, 1 ਮਿੰਟ ਪਹੁੰਚਾ ਤਾ ਸਿਰੇ, ਕੋਈ ਪਤਾ ਨਹੀਂ ਹੈ। 2 ਬੰਦੇ ਲੱਗੇ ਹੋਏ ਨੇ, ਇੱਕੋ ਸਮੇਂ ਲੱਗੇ ਨੇ, ਇੱਕੋ ਜਿੰਨੀ ਮਿਹਨਤ ਕਰ ਰਹੇ ਨੇ। ਪਤਾ ਨਹੀਂ ਕਿਸ ਸਿੱਖ ਲਈ ਗੁਰੂ ਨੇ ਲਿਫਟ ਲੈ ਕੇ ਆ ਜਾਣੀ, ਬੈਠ ਵੀ ਸੱਜਣਾ, ਕਿੱਥੇ ਪੌੜੀਆਂ ਚੜ੍ਹਦਿਆ ਫਿਰੇਂਗਾ, ਆ ਤੈਨੂੰ ਲੈ ਜਾਣੀ। ਅਤੇ ਦੂਜਾ ਕਹਿੰਦਾ ਯਾਰ ਲੱਗੇ ਤਾਂ ਅਸੀਂ ਇਕੱਠੇ ਹੀ ਸੀ, ਇਹ ਕਿਤੇ ਦਾ ਕਿਤੇ ਪਹੁੰਚ ਗਿਆ ਹੈ। ਇਹ ਗੁਰੂ ਦੀ ਮਰਜ਼ੀ ਹੈ, ਪਰਮਾਤਮਾ ਦੀ ਮਰਜ਼ੀ ਹੈ। ਸਾਡਾ ਕੰਮ ਹੈ ਲੱਗੇ ਰਹਿਣਾ। ਇਸ ਲਈ ਗੁਰੂ ਮਹਾਰਾਜ ਕਹਿੰਦੇ ਹਰ ਹਰ ਬਖਸ਼ ਮਿਲਾਏ ਪ੍ਰਭ ਜਨ ਨਾਨਕ ਕੀਰਾ। ਦਾਸ ਨਾਨਕ ਤਾਂ ਇੱਕ ਨਿਮਾਣਾ ਕੀੜੇ ਦੀ ਨਿਆਈ ਹੈ, ਇਹ ਤਾਂ ਪਰਮਾਤਮਾ ਹੀ ਬਖਸ਼ ਕੇ ਆਪਣੇ ਨਾਲ ਮਿਲਾ ਸਕਦਾ ਹੈ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਜਿੱਥੇ ਅਸੀਂ ਆਪਣੇ ਸੰਸਾਰਕ ਕੰਮ ਧੰਦੇ ਕਰਨੇ, ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ, ਉੱਥੇ ਭਜਨ ਬੰਦਗੀ ਕਰਕੇ ਵੀ ਆਪਣਾ ਜੀਵਨ ਸਫਲ ਕਰਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ